Hello everyone, students. Today we are going to discuss the last topic of a chapter that is codes and parities. ਇਸ ਚੈਪਟਰ ਦੇ ਵਿੱਚ ਆਪਾਂ ਜਿਹੜਾ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ that is a alphanumeric code ਜਿਹੜਾ ਕਿ ਇਸ ਚੈਪਟਰ ਦਾ ਲਾਸਟ ਟੌਪਿਕ ਹੈ। ਪ੍ਰੀਵੀਅਸ ਵਿੱਚ ਆਪਾਂ ਕੋਡਸ ਐਂਡ ਪੈਰਿਟੀਜ਼ ਬਾਰੇ ਡਿਸਕਸ ਕਰ ਚੁੱਕੇ ਹਾਂ। ਨਾਓ ਟੁਡੇ ਆਪਾਂ ਗੱਲ ਕਰਾਂਗੇ ਅਲਫਾਨੁਮੈਰਿਕ ਕੋਡਸ ਦੀ। ਅਲਫਾਨੁਮੈਰਿਕ ਕੋਡਸ ਕੀ ਹੁੰਦਾ ਹੈ, ਕਿਹੜੇ ਤਰ੍ਹਾਂ ਦਾ ਅਲਫਾਨੁਮੈਰਿਕ ਕੋਡਸ ਹੁੰਦਾ ਹੈ ਔਰ ਕਮਿਊਨੀਕੇਸ਼ਨ ਵਾਸਤੇ ਇਸ ਕੋਡ ਨੂੰ ਕਿਸ ਤਰੀਕੇ ਨਾਲ ਯੂਜ਼ ਕੀਤਾ ਜਾਂਦਾ ਹੈ ਇਨ ਅ ਕੰਪਿਊਟਰ ਸਿਸਟਮ, ਉਹ ਸਾਰਾ ਆਪਾਂ ਇਸ ਅਲਫਾਨੁਮੈਰਿਕ ਕੋਡ ਦੇ ਵਿੱਚ ਡਿਸਕਸ ਕਰਾਂਗੇ। ਸੋ ਲੈਟਸ ਸਟਾਰਟ ਵਿਦ ਦਾ ਡੈਫੀਨੇਸ਼ਨ ਆਫ ਅਲਫਾਨੁਮੈਰਿਕ ਕੋਡਸ। So alphanumeric codes, also called a character codes, are binary code used to represent a alphanumeric data। पहली गल तो नाम तो ही क्लीयर है कि alphanumeric, अल्फा मीनस अल्फाबैट्स, numeric मीनस अपने को 1 2 3 जो सिंबल्स होंगे वो दोनों को कंबाइन करके की वर्ड बन गया अल्फानुमैरिक्स। प्रीवियस जिन्ने भी आप कोड्स डिस्कस कर चुके हैं वो आप सिर्फ numeric नंबर ना जो डेसीमल नंबर ना डील किया, ਉਹਦੇ ਵਿੱਚ ਆਪਣੇ ਕੋਈ ਵੀ ਅਲਫਾਬੈਟਸ ਨਾਲ ਆਪਾਂ ਡੀਲ ਨਹੀਂ ਕੀਤਾ ਹੈ। ਠੀਕ ਹੈ, ਕਿਉਂਕਿ ਡਾਟਾ ਆਪਣੇ ਕੋਲ ਵਿਦਿਨ ਦਾ ਸਿਸਟਮ ਹੀ ਹੈ ਆਪਣੇ ਕੋਲ, ਤੇ ਉਹ ਅਰਲੀਅਰ ਆਪਣੇ ਕੋਲ ਸਿਰਫ ਡੈਸੀਮਲ ਨੰਬਰ ਦੇ ਨਾਲ ਜਿੰਨੇ ਵੀ ਕੋਡ ਆਪਾਂ ਡਿਸਕਸ ਕੀਤੇ ਆ ਕਿ ਡੈਸੀਮਲ ਬਾਈਨਰੀ ਵਿੱਚ ਕਨਵਰਟ ਹੋ ਰਿਹਾ ਸੀ। ਬਟ ਜ਼ਰੂਰੀ ਨਹੀਂ ਹੈ ਕਿ ਡਾਟਾ ਹਮੇਸ਼ਾ ਡੈਸੀਮਲ ਫਾਰਮ ਦੇ ਵਿੱਚ ਹੋਵੇ। ਡਾਟਾ ਮੇ ਬੀ ਅਲਫਾਬੈਟ ਦੀ ਫਾਰਮ ਦੇ ਵਿੱਚ ਵੀ ਹੋ ਸਕਦਾ ਹੈ, ਨਮੈਰਿਕ ਫਾਰਮ ਦੇ ਵਿੱਚ ਵੀ ਹੋ ਸਕਦਾ ਹੈ, ਜਾਂ ਆਪਣੇ ਕੋਲ ਸਪੈਸ਼ਲ ਸਿੰਬਲ ਜਿੱਦਾਂ ਕਿ ਆਪਾਂ ਕਹਿ ਰਹੇ ਹਾਂ ਪਲੱਸ, ਮਲਟੀਪਲਾਈ, ਸਪੇਸ, ਕੋਮਾ, ਕੁਐਸਚਨ ਮਾਰਕ, these are the special symbol or you can say a punctuation mark। ਇਸ ਤਰੀਕੇ ਦਾ ਡਾਟਾ ਵੀ ਹੋ ਸਕਦਾ ਹੈ। ਤੋ ਇਸ ਤਰੀਕੇ ਦੇ ਡਾਟਾ ਨੂੰ ਜਿਹੜੇ ਵਿੱਚ ਆਪਣੇ ਕੋਲ ਅਲਫਾਬੈਟਸ ਹੋਣ ਜਾਂ ਆਪਣੇ ਕੋਲ ਨੁਮੈਰਿਕ ਹੋਣ ਜਾਂ ਸਪੈਸ਼ਲ ਸਿੰਬਲਸ ਹੋਣ ਉਹਨਾਂ ਨੂੰ ਆਪਾਂ ਅਲਫਾਨੁਮੈਰਿਕ ਕੋਡਸ ਕਹਿੰਦੇ ਹਾਂ। ਸੋ ਕੀ ਕਰਦਾ ਹੈ, these are also called a character codes because ਸਾਰਿਆਂ ਨੂੰ ਐਜ਼ ਅ ਕਰੈਕਟਰ ਲੈ ਕੇ ਚੱਲਦਾ ਹੈ। ਆਰ ਅ ਬਾਈਨਰੀ ਕੋਡ, ਬੇਸਿਕਲੀ ਇਹ ਬਾਈਨਰੀ ਫਾਰਮੇਸ਼ਨ ਹੋਏਗੀ, ਬਾਈਨਰੀ ਕੋਡ ਹੋਏਗਾ। ਲੇਕਿਨ ਕੀ ਕਰੇਗਾ, ਇਹ ਸਿਰਫ ਇਹਦੇ ਕੋਲ ਜਿਹੜੀ ਇਨਪੁਟ ਹੈ ਉਹ ਡੈਸੀਮਲ ਫਾਰਮ ਦੇ ਵਿੱਚ ਨਹੀਂ ਆਏਗੀ, ਨੁਮੈਰਿਕ ਫਾਰਮ ਦੇ ਵਿੱਚ ਨਹੀਂ ਹੋਏਗੀ, ਸਮਾਂ ਕਿ ਇਹਦੇ ਨਾਲ ਨਾਲ ਅਲਫਾਬੈਟਸ ਵੀ ਹੋਣਗੇ, ਸਪੈਸ਼ਲ ਸਿੰਬਲ ਵੀ ਹੋਣਗੇ ਇਨਕਲੂਡਿੰਗ ਆ numeric digits। ਸੋ ਕੀ ਕਹਿ ਰਿਹਾ, these are the character codes or binary code used to represent a alphanumeric data। ਅਲਫਾਨੁਮੈਰਿਕ ਡਾਟਾ ਨੂੰ ਬਾਈਨਰੀ ਵਿੱਚ ਕਨਵਰਟ ਕਰਨ ਲਈ ਜਾਂ ਰਿਪਰੈਜ਼ੈਂਟ ਕਰਨ ਲਈ ਆਪਾਂ ਅਲਫਾਨੁਮੈਰਿਕ ਕੋਡ ਯੂਜ਼ ਕਰਦੇ ਹਾਂ। ਆਲਵੇਜ਼ ਕੀਪ ਇਨ ਮਾਈਂਡ ਇਹ ਵੀ ਆਪਣੇ ਕੋਲ ਬਾਈਨਰੀ ਫਾਰਮ ਦੇ ਵਿੱਚ ਹੀ ਹੁੰਦਾ ਹੈ। ਕਲੀਅਰ। ਸੋ these codes write alphanumeric data, include letters of the alphabets, numbers, mathematical symbols and punctuation marks in a form that is understandable and processable by a computer। ਇਹ ਕੋਡ ਕੀ ਕਰਦਾ ਹੈ, ਅਲਫਾਨੁਮੈਰਿਕ ਜਿਹੜਾ ਡਾਟਾ ਹੈ ਲਾਈਕ ਜਿੱਦਾਂ ਕਿ ਲੈਟਰ ਆਫ ਅਲਫਾਬੈਟਸ ਲਾਈਕ a b c and numbers like a 1 2 3, mathematical symbol plus minus multiply, ਪੰਚੁਏਸ਼ਨ ਮਾਰਕ ਲਾਈਕ ਕੁਐਸਚਨ ਮਾਰਕ, ਕੋਮਾ, ਫੁੱਲ ਸਟਾਪ, ਸੈਮੀਕੋਲਨ, ਇਹ ਸਾਰਿਆਂ ਨੂੰ ਇੱਕ ਫਾਰਮ ਦੇ ਵਿੱਚ ਕਨਵਰਟ ਕਰ ਦਿੰਦਾ ਹੈ। ਉਹ ਫਾਰਮ ਕੀ ਹੋਏਗੀ, ਦੈਟ ਇਜ਼ ਅੰਡਰਸਟੈਂਡੇਬਲ ਐਂਡ ਪ੍ਰੋਸੈਸੇਬਲ ਬਾਈ ਦਾ ਕੰਪਿਊਟਰ। ਉਹ ਫਾਰਮ ਆਪਣੇ ਕੋਲ ਕੰਪਿਊਟਰ ਉਹਨੂੰ ਅੰਡਰਸਟੈਂਡ ਕਰੇਗਾ ਔਰ ਉੱਤੇ ਉਹਦੀ ਕੀ ਕਰੇਗਾ, ਪ੍ਰੋਸੈਸਿੰਗ ਕਰੇਗਾ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕੰਪਿਊਟਰ ਬਾਈਨਰੀ ਇਹ ਲੈਂਗੁਏਜ ਬਾਈਨਰੀ ਕੋਡ ਹੀ ਅੰਡਰਸਟੈਂਡ ਕਰਦਾ ਹੈ। ਤਾਂ ਸਿਮਿਲਰਲੀ ਇਹ ਅਲਫਾਨੁਮੈਰਿਕ ਕੋਡ ਵੀ ਕੀ ਕਰੇਗਾ, ਜਿਹੜੇ ਆਪਣੇ ਅਲਫਾਬੈਟਸ ਹੋਣਗੇ ਜਾਂ ਆਪਣੇ ਨੰਬਰਸ ਹੋਣਗੇ ਜਾਂ ਮੈਥੇਮੈਟੀਕਲ ਸਿੰਬਲਸ ਹੋਣਗੇ ਜਾਂ ਪੰਚੁਏਸ਼ਨ ਮਾਰਕਸ ਹੋਣਗੇ, ਉਹਨਾਂ ਸਾਰਿਆਂ ਨੂੰ ਉਹ ਬਾਈਨਰੀ ਕੋਡ ਵਿੱਚ ਕਨਵਰਟ ਕਰੇਗਾ ਤਾਂ ਕਿ ਜਿਹੜਾ ਕੰਪਿਊਟਰ ਸਿਸਟਮਸ ਹੈ ਉਸ ਡਾਟਾ ਨੂੰ ਅੰਡਰਸਟੈਂਡ ਕਰ ਸਕੇ ਔਰ ਉਹਨੂੰ ਪ੍ਰੋਸੈਸ ਕਰ ਸਕੇ। ਕਲੀਅਰ। ਸੋ ਆ ਫਿਗਰ ਤਾਂ ਨਜ਼ਰ ਆ ਰਹੀ ਹੈ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਕੋਲ ਜਿਹੜਾ ਇਹ ਮੈਂ ਐਗਜ਼ਾਮਪਲ ਇਹ ਆਸਕੀ ਕੋਡ ਦੀ ਲਈ ਹੈ ਅਲਫਾਨੁਮੈਰਿਕ ਦੀ। ਇਹਦੇ ਵਿੱਚ ਦੇਖੋ ਆਪਣੇ ਕੋਲ ਨੁਮੈਰਿਕ ਸਿੰਬਲਸ ਵੀ ਹੈ ਡੈਟ ਇਜ਼ 0 to 9, then अपने को कैपिटल वर्ड्स भी है, यू कैन से लेटर अल्फ़ाबेट्स है ए बी सी डी एंड स्मॉल भी है अपने को, एंड दीज आर द अपने को मैथमेटिकल है प्लस माइनस मल्टीप्लाई एंड दिस इन्वर्टेड कॉमा दी एंड एम्परसेंट साइन, दीज ऑल आर अ पंचुएशन मार्क्स। सो अपने को जो डाटा है इस फॉर्म ਦੇ ਵਿੱਚ ਹੋਏਗਾ। अर्लीयर ਆਪਾਂ डिस्कस कर चुके सिर्फ numeric डाटा ਸੀ, बट ਹੁਣ ਜਿਹੜਾ ਆਪਣੇ ਕੋਲ डाटा ਹੋਏਗਾ ਕਿਸੇ ਵੀ ਫਾਰਮ ਦਾ ਆਪਣੇ ਕੋਲ ਹੋ ਸਕਦਾ ਹੈ। ਠੀਕ ਹੈ, ਦੈਟ ਇਜ਼ ਅਲਫਾਬੈਟਸ ਵੀ ਹੋ ਸਕਦੇ ਆ, ਮੇ ਬੀ ਅਪਰ ਕੇਸ, ਮੇ ਬੀ ਅ ਲੋਅਰ ਕੇਸ, ਨਮੈਰਿਕ ਡਾਟਾ ਵੀ ਹੋ ਸਕਦਾ ਹੈ, ਦੈਟ ਇਜ਼ 0 to 9। ਆਪਣੇ ਕੋਲ ਕੋਈ ਵੀ ਸਿੰਬਲ ਹੋ ਸਕਦਾ ਹੈ, ਲੇਕਿਨ ਲਾਈਕ ਜਸਟ ਲਾਈਕ ਅ ਪਲੱਸ, ਮਾਈਨਸ, ਡਿਵਾਈਡ, ਮਲਟੀਪਲਾਈ ਜਾਂ ਪੰਚੁਏਸ਼ਨ ਸਿੰਬਲ, ਕੋਮਾ, ਸਾਈਨ ਆਫ ਐਕਸਪਲੇਨੇਸ਼ਨ, ਈਵਨ ਕਿ ਸਪੇਸ ਵੀ ਜਿਹੜੀ ਹੈ ਉਹਨੂੰ ਵੀ ਆਪਾਂ ਕਰੈਕਟਰ ਕੰਸੀਡਰ ਕਰਦੇ ਹਾਂ। ਸੋ ਨੀਚੇ ਵੀ ਕਾਫੀ ਸਿੰਬਲ ਦਿੱਤੇ ਹੋਏ ਆ, ਮੈਥੇਮੈਟੀਕਲ ਸਿੰਬਲਸ ਹੈਗੇ ਆ। ਸੋ ਇਸ ਟਾਈਪ ਦੇ ਜਿਹੜੇ ਡਾਟਾ ਨੂੰ ਕੀ ਕਰੇਗਾ ਅਲਫਾਨੁਮੈਰਿਕ ਕੋਡ, ਉਹ ਬਾਈਨਰੀ ਕੋਡ ਵਿੱਚ ਕੀ ਕਰ ਦੇਗਾ, ਕਨਵਰਟ ਕਰ ਦੇਗਾ। ਠੀਕ ਹੈ, ਤੁਸੀਂ ਕਾਫੀ ਸਟੂਡੈਂਟਸ ਨੇ ਤੁਸੀਂ WhatsApp ਯੂਜ਼ ਕਰਦੇ ਹੋ, Facebook ਯੂਜ਼ ਕਰਦੇ ਹੋ,
ਕੱਲਾ ਉੱਥੇ ਆਪਣੇ ਕੋਲ ਨਿਊਮੈਰਿਕ ਡਾਟਾ ਨਹੀਂ ਆਉਂਦਾ ਹੈ, ਉੱਥੇ ਆਪਣੇ ਕੋਲ ਅਲਫਾਬੈਟਸ ਵੀ ਹੁੰਦੇ ਆ, ਸਿੰਬਲਸ ਵੀ ਹੁੰਦੇ ਆ, ਠੀਕ ਹੈ। ਦੈਨ ਆਪਣੇ ਕੋਲ ਨਿਊਮੈਰਿਕ ਫਾਰਮ ਵੀ ਹੁੰਦੀ ਹੈ। ਸੋ ਉਹ ਜਿਹੜਾ ਕੋਡ ਆਪਣੇ ਕੋਲ ਹੁੰਦਾ ਹੈ ਜਿਹਦੇ ਵਿੱਚ ਕਮਿਊਨੀਕੇਸ਼ਨ ਹੋ ਰਹੀ ਹੈ, ਆਪਣੇ ਕੋਲ ਅਲਫਾ ਨਿਊਮੈਰਿਕ ਕੋਡਸ ਹੁੰਦੇ। ਕਲੀਅਰ। ਸੋ ਆਈ ਹੋਪ ਕਿ ਤੋਂ ਕਲੀਅਰ ਹੋ ਗਿਆ ਹੋਏਗਾ ਕਿ ਕਿਹੜੇ ਕਿਹੜੇ ਅਲਫਾਬੈਟਸ ਹੈ ਜਾਂ ਮੈਥੇਮੈਟੀਕਲ ਸਿੰਬਲ ਹੈ ਜਿਹੜੀ ਕਿ ਅਲਫਾ ਨਿਊਮੈਰਿਕ ਡਾਟਾ ਹੈ ਜਿਹਨੂੰ ਕਿ ਉਹ ਬਾਈਨਰੀ ਫਾਰਮ ਵਿੱਚ ਕਨਵਰਟ ਕਰਦਾ ਹੈ, ਜਿਹੜਾ ਕਿ ਕੰਪਿਊਟਰ ਨੂੰ ਅੰਡਰਸਟੈਂਡ ਕਰ ਸਕੇ। ਕਲੀਅਰ। ਦੈਨ ਕੀ ਹੈ ਆਪਣੇ ਕੋਲ, these are used primarily for transmitting data between a computer and input devices such as printer, keyboard and video display terminal। ਇਸ ਲਾਈਨ ਦਾ ਮਤਲਬ ਇਹ ਹੈ ਕਿ ਬੇਸਿਕਲੀ ਜਿਹੜਾ ਇਹ ਕੋਡ ਹੈ ਆਪਾਂ ਯੂਜ਼ ਕਰਦੇ ਹਾਂ ਫॉर ਟਰਾਂਸਮਿਟਿੰਗ ਦਾ ਡਾਟਾ ਬਿਟਵੀਨ ਅ ਕੰਪਿਊਟਰ ਐਂਡ ਦਾ ਇਨਪੁਟ ਡਿਵਾਈਸਿਸ। ਕੰਪਿਊਟਰ ਦਾ ਇੱਥੇ ਮਤਲਬ ਕੀ ਹੈ, ਦੇਖੋ ਤੁਸੀਂ ਨੀਚੇ ਤੁਹਾਨੂੰ ਅਲੱਗ-ਅਲੱਗ ਪੈਰੀਫਿਰਲਸ ਨਜ਼ਰ ਆ ਰਿਹਾ, ਇਨਪੁਟ ਆਊਟਪੁੱਟ ਡਿਵਾਈਸਿਸ ਹੈ। ਜਿਹੜਾ ਆਪਣੇ ਕੋਲ ਬੇਸਿਕਲੀ ਤੁਸੀਂ ਕੰਪਿਊਟਰ ਦੀ ਗੱਲ ਕਰ ਰਹੇ ਹਾਂ, ਬੇਸਿਕਲੀ ਉੱਥੇ ਆਪਾਂ ਪ੍ਰੋਸੈਸਰ ਦੀ ਗੱਲ ਕਰ ਰਹੇ ਹੁੰਦੇ ਹਾਂ। ਅਦਰਵਾਈਜ਼ ਆਪਣੇ ਮਾਈਂਡ ਵਿੱਚ ਕੀ ਹੁੰਦਾ ਹੈ, ਪੂਰਾ ਸੈੱਟ ਆਉਂਦਾ ਹੈ, ਪੂਰੇ ਸੈੱਟ ਦੀ ਗੱਲ ਨਹੀਂ ਕਰਦੇ। ਜਦੋਂ ਕੰਪਿਊਟਰ ਦੀ ਗੱਲ ਕਰ ਰਹੇ ਹਾਂ ਆਪਾਂ, ਡੈਟ ਮੀਨਸ ਆਪਾਂ ਮਾਈਕਰੋ ਪ੍ਰੋਸੈਸਰ ਦੀ ਗੱਲ ਕਰ ਰਹੇ ਹਾਂ, ਜਿਹਨੂੰ ਕਿ ਆਪਾਂ CPU ਕਹਿੰਦੇ ਹਾਂ। ਕਾਫੀ ਸਟੂਡੈਂਟਸ ਕੀ ਹੈ ਇਸ ਕੈਬਿਨੇਟ ਨੂੰ CPU ਸਮਝ ਜਾਂਦੇ ਆ। ਬੇਸਿਕਲੀ ਇਹ CPU ਨਹੀਂ ਹੁੰਦਾ, ਇਹ ਆਪਣੇ ਕੋਲ ਸਿਸਟਮ ਯੂਨਿਟ ਹੁੰਦਾ ਹੈ। ਔਰ ਜਿਹੜਾ CPU ਹੁੰਦਾ ਹੈ ਉਹ ਇਹਦੇ ਅੰਦਰ ਹੁੰਦਾ ਹੈ, ਜਿਹਨੂੰ ਕਿ ਆਪਾਂ ਬ੍ਰੇਨ ਆਫ ਦਾ ਕੰਪਿਊਟਰ ਕਹਿੰਦੇ ਹਾਂ। ਸਾਰੇ ਸਿਸਟਮ ਨੂੰ ਜਿਹੜਾ ਕੰਟਰੋਲ ਕਰਦਾ ਹੈ ਤੁਹਾਡਾ CPU ਹੀ ਅੰਡਰਸਟੈਂਡ ਕਰ। ਜਦੋਂ ਜਿੱਥੇ ਵੀ ਆਪਾਂ ਕੰਪਿਊਟਰ ਵਰਡ ਯੂਜ਼ ਕਰਦੇ ਹਾਂ, ਡੈਟ ਮੀਨਸ ਉੱਥੇ ਆਪਾਂ CPU ਦੀ ਗੱਲ ਕਰ ਰਹੇ ਹਾਂ। ਸੋ ਜੋ ਵੀ ਡਾਟਾ ਆਪਣੇ ਕੋਲ ਬਾਈਨਰੀ ਫਾਰਮ ਦੇ ਵਿੱਚ ਕਨਵਰਟ ਹੋ ਗਿਆ ਹੁੰਦਾ ਹੈ ਉਹ ਇਹ ਵਾਲੇ CPU ਕਰਕੇ ਆਉਂਦਾ ਹੈ, ਕਿਉਂਕਿ ਇਹ ਬਾਈਨਰੀ ਲੈਂਗੁਏਜ ਅੰਡਰਸਟੈਂਡ ਕਰਦਾ ਹੈ। ਕੋਈ ਵੀ ਡਾਟਾ ਚਾਹੇ ਆਪਾਂ ਕੀਬੋਰਡ ਤੋਂ ਦੇ ਰਹੇ ਹਾਂ ਜਾਂ ਇਹਨੂੰ ਆਪਾਂ ਮੋਨੀਟਰ ਨੂੰ ਦੇ ਰਹੇ ਹਾਂ, ਉਹ ਸਾਰਾ ਡਾਟਾ ਇਹਦੇ ਕੋਲ ਜਾਏਗਾ, ਬਾਈਨਰੀ ਫਾਰਮ ਦੇ ਵਿੱਚ ਜਾਏਗਾ, ਉਹਦੀ ਪ੍ਰੋਸੈਸਿੰਗ ਕਰੇਗਾ, ਦੈਨ ਉਹ ਰਿਜ਼ਲਟ ਕੀ ਕਰੇਗਾ, ਬਾਈਨਰੀ ਫਾਰਮ ਦੇ ਵਿੱਚ ਕੀ ਕਰਦਾ ਹੈ, ਪ੍ਰੋਡਿਊਸ ਕਰਦਾ ਹੈ। ਸੋ ਆਲਵੇਜ਼ ਕੀਪ ਇਨ ਮਾਈਂਡ ਜਿਹੜਾ ਇਹ ਵਾਲਾ ਡੈਟ ਇਜ਼ ਨੋਨ ਐਜ਼ ਅ CPU। ਇਹ ਆਪਣੇ ਕੋਲ ਕਿਹੜੇ ਅੰਦਰ ਹੁੰਦਾ ਹੈ, ਆਪਣੇ ਕੋਲ ਇਹ ਸਿਸਟਮ ਯੂਨਿਟ ਦੇ ਅੰਦਰ ਔਰ ਕੈਬਨਿਟ ਦੇ ਅੰਦਰ ਹੁੰਦਾ ਹੈ। ਕਲੀਅਰ। ਸੋ ਇਸ ਲਈ ਕਹਿ ਰਿਹਾ ਡੀਜ਼ ਆਰ ਯੂਜ਼ ਫॉर ट्रांसमिटिंग अ डाटा। ਕਿਹਦੇ ਵਿੱਚ ਡਾਟਾ ਟ੍ਰਾਂਸਮਿਟ ਹੋਣਾ ਹੈ, ਬਿਟਵੀਨ ਦਾ ਕੰਪਿਊਟਰ ਲਾਈਕ ਅ CPU ਐਂਡ ਇਨਪੁਟ ਆਊਟਪੁੱਟ ਡਿਵਾਈਸਿਸ ਸੱਚ ਐਜ਼ ਅ ਪ੍ਰਿੰਟਰ ਹੋ ਗਿਆ, ਕੀਬੋਰਡ ਹੋ ਗਿਆ ਜਾਂ ਵੀਡੀਓ ਡਿਸਪਲੇ ਟਰਮੀਨਲ ਹੋ ਗਿਆ। ਇਹਨਾਂ ਦੇ ਵਿੱਚ ਜਿਹੜੀ ਆਪਣੀ ਕਮਿਊਨੀਕੇਸ਼ਨ ਹੋਏਗੀ ਉਹਦੇ ਵਿੱਚ ਜਿਹੜਾ ਕੋਡ ਯੂਜ਼ ਕੀਤਾ ਜਾਂਦਾ ਹੈ ਡੈਟ ਇਜ਼ ਨੋਨ ਐਜ਼ ਅ ਅਲਫਾ ਨਿਊਮੈਰਿਕ ਕੋਡਸ। ਠੀਕ ਹੈ। ਸੋ ਆਲਵੇਜ਼ ਕੀਪ ਇਨ ਮਾਈਂਡ ਅਗਰ ਪੁੱਛ ਰਿਹਾ ਕਿ ਅਲਫਾ ਨਿਊਮੈਰਿਕ ਕੋਡ ਕਿੱਥੇ ਯੂਜ਼ ਕੀਤਾ ਜਾਂਦਾ ਹੈ, ਡੈਟ ਇਜ਼ ਯੂਜ਼ਡ ਫॉर ਟ੍ਰਾਂਸਮਿਟਿੰਗ ਡਾਟਾ ਬਿਟਵੀਨ ਦਾ ਕੰਪਿਊਟਰ ਐਜ਼ ਵੈਲ ਐਜ਼ ਅ ਇਨਪੁਟ ਡਿਵਾਈਸਿਸ ਸੱਚ ਐਜ਼ ਪ੍ਰਿੰਟਰ ਹੋ ਸਕਦਾ ਹੈ, ਕੀਬੋਰਡ ਹੋ ਸਕਦਾ ਹੈ, ਐਜ਼ ਵੈਲ ਐਜ਼ ਅ ਵੀਡੀਓ ਡਿਸਪਲੇ ਟਰਮੀਨਲ ਹੋ ਸਕਦਾ। ਇਹਨਾਂ ਵਿੱਚ ਜਿਹੜੀ ਕਮਿਊਨੀਕੇਸ਼ਨ ਹੋ ਰਹੀ ਹੈ, ਜਿਹੜਾ ਕੋਡ ਯੂਜ਼ ਕਰ ਰਹੇ ਹੋ ਉਹ ਅਲਫਾ ਨਿਊਮੈਰਿਕ ਕੋਡ ਹੋਏਗਾ, ਇਹਨਾਂ ਬਾਈਨਰੀ ਫਾਰਮ ਦੇ ਵਿੱਚ ਹੋਏਗਾ। ਠੀਕ ਹੈ। ਤੁਸੀਂ ਕੋਈ ਵੀ ਅਲਫਾਬੈਟਸ ਸਿੰਬਲਸ ਮੈਥੇਮੈਟੀਕਲ ਸਿੰਬਲ ਯੂਜ਼ ਕਰੋਗੇ, ਕਲੀਅਰ, ਉਹ ਯਾਨੀ ਕੀ ਹੈ ਅਲਫਾ ਨਿਊਮੈਰਿਕ ਕੋਡ ਜਿਹੜਾ ਹੋਏਗਾ, ਸੌਰੀ ਕੋਡ ਅਲਫਾਬੈਟਸ ਹੋਣਗੇ ਉਹ ਆਪਣੇ ਕੋਲ ਕੀ ਹੋਏਗਾ, ਅਲਫਾ ਨਿਊਮੈਰਿਕ ਕੋਡ ਵਿੱਚ ਕਨਵਰਟ ਹੋ ਜਾਏਗਾ, ਦੈਨ ਉਹਦੀ ਪ੍ਰੋਸੈਸਿੰਗ ਕੀ ਆ ਸਟਾਰਟ ਹੋਏਗੀ। ਸੋ ਦਿਸ ਇਜ਼ known as the alphanumeric code which contains the alphabets, numbers, mathematical symbol and punctuation marks and convert into the understandable form that is processed by the computer system। so next ਆਪਣੇ ਕੋਲ ਦੇਖੀਏ ਕਿ ਇਟ ਰਿਪਰੈਜ਼ੈਂਟਿੰਗ ਦਾ ਨੰਬਰ 0 to 9 ਇਟਸ ਓਕੇ। ਆਪਾਂ ਹੁਣ ਦੇਖ ਲਿਆ ਫਿਗਰ ਵਿੱਚ ਦ ਲੈਟਰਸ A to Z ਕੈਪੀਟਲ ਲੈਟਰ ਬੋਥ ਅਪਰ ਕੇਸ ਐਂਡ ਲੋਅਰ ਹੋਣਗੇ ਐਂਡ ਸਮ ਕਾਮਨ ਸਿੰਬਲ ਜਿੱਦਾਂ ਕਿ ਆਪਾਂ @ ਹੈਸ਼ ਸਟਾਰ ਐਂਪਰਸੈਂਡ ਸਾਈਨ ਐਸੈਟਰਾ, ਥੀਸ ਆਰ ਦਾ ਸਿੰਬਲਸ ਕਹਿੰਦੇ ਆਪਾਂ। ਇਸ ਲਿਖਿਆ ਹੈ ਮੈਥੇਮੈਟੀਕਲ ਸਿੰਬਲ ਵਿੱਚ ਪਲੱਸ ਮਾਈਨਸ ਮਲਟੀਪਲ ਡਿਵਾਈਡ ਆਏਗਾ, ਅਗਰ ਆਪਣੇ ਕੋਲ ਇਹ ਆਪਣੇ ਕੋਲ ਕਾਮਨ ਸਿੰਬਲਸ ਹੋਣਗੇ। ਸੋ ਅਲਫਾ ਨਿਊਮੈਰਿਕ ਕੋਡਸ ਇਹਨਾਂ ਸਾਰਿਆਂ ਨੂੰ ਕੀ ਕਰਦਾ ਹੈ, ਰਿਪਰੈਜ਼ੈਂਟ ਕਰਦਾ ਹੈ। ਫॉर एग्जांपल P कैपिटल है, कुछ स्मॉल लेटर्स आ रहे हैं, 1 2 3 भी आ रहा है, हैश भी है। सो दिस इज नोन एज अ अल्फा न्यूमेरिक कोड्स। अल्फा न्यूमेरिक में अल्फाबेट्स भी होंगे एज वेल एज न्यूमेरिक फॉर्म भी होएगी। ठीक है। अदरवाइज अपने कोल अल्फा न्यूमेरिक भी हो सकते हैं, अल्फाबेट्स भी हो सकते हैं, एज वेल सिंबल्स भी होंगे, दैट इज नोन एज अ अल्फा न्यूमेरिक कोड्स। सो दिस इज नोन ऑल अबाउट अ अल्फा न्यूमेरिक कोड्स की हुंदा अपने कोल ਜਿਹੜਾ ਡਾਟਾ ਨੂੰ ਕੰਪਿਊਟਰ ਫਾਰਮ ਦੇ ਵਿੱਚ ਕਨਵਰਟ ਕਰ ਸਕੇ। ਅਲਫਾ ਨਿਊਮੈਰਿਕ ਦਾ ਯਾਦ ਰੱਖਣਾ ਕਿ ਜਿਹਦੇ ਵਿੱਚ ਅਲਫਾ ਔਰ ਨਿਊਮੈਰਿਕ ਡਾਟਾ ਦੋਨੇ ਹੋਏ ਉਹ ਅਲਫਾ ਨਿਊਮੈਰਿਕ ਕੋਡਸ ਹੁੰਦਾ। ਨੈਕਸਟ ਆਪਣੇ ਕੋਲ ਟਾਈਪਸ। ਆਪਣੇ ਕੋਲ 3 ਤਰ੍ਹਾਂ ਦਾ ਅਲਫਾ ਨਿਊਮੈਰਿਕ ਕੋਡਸ ਹੈ। ਦੈਟ ਇਜ਼ ਅ ਵੈਰੀ ਇੰਪੋਰਟੈਂਟ ਕੁਐਸਚਨ ਫਰॉम ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ। ਦੈਟ ਇਜ਼ ਰਾਈਟ ਏ ਸ਼ਾਰਟ ਨੋਟ ਔਨ ਅ ਅਲਫਾ ਨਿਊਮੈਰਿਕ ਕੋਡਸ। ਪਹਿਲਾਂ ਤਾਂ ਆਪਾਂ ਜੋ ਡੈਫੀਨੇਸ਼ਨ ਲਿਖੀ ਆ ਉਹ ਡਿਸਕਸ ਕਰਾਂਗੇ, ਉਸ ਤੋਂ ਬਾਅਦ ਪੁੱਛ ਸਕਦਾ ਕਿ ਅਲਫਾ ਨਿਊਮੈਰਿਕ ਕੋਡਸ ਕਿਹੜੇ ਕਿਹੜੇ ਹੈ। ਸੋ ਆਪਣੇ ਕੋਲ 3 ਤਰ੍ਹਾਂ ਦੇ ਅਲਫਾ ਨਿਊਮੈਰਿਕ ਕੋਡਸ ਹੈ। ਫਸਟ ਇਜ਼ ਆਸਕੀ ਕੋਡ। ਫੁੱਲ ਫਾਰਮ ਕੀ ਆਪਾਂ ਨੈਕਸਟ ਸਲਾਈਡ ਵਿੱਚ ਡਿਸਕਸ ਕਰਾਂਗੇ। ਇਹ ਕੋਡ ਕਿੱਥੇ ਯੂਜ਼ ਕੀਤਾ ਜਾਂਦਾ ਹੈ, ਦਿਸ ਕੋਡ ਇਜ਼ ਵੈਰੀ ਪਪੂਲਰ ਕੋਡ। ਸਭ ਤੋਂ ਜ਼ਿਆਦਾ ਇੰਟਰਨਲ ਜਿਹੜਾ ਸਿਸਟਮ ਦਾ ਆਪਾਂ ਲੈਪਟਾਪ ਵੀ ਯੂਜ਼ ਕਰ ਰਹੇ ਹਾਂ ਰਾਈਟ ਨਾਓ ਜਾਂ ਪ੍ਰੀਵੀਅਸ ਸੀਰੀਜ਼ ਉਹਦੇ ਵਿੱਚ ਆਪਣੇ ਕੋਲ ਆਸਕੀ ਕੋਡ ਯੂਜ਼ ਹੋ ਰਿਹਾ। ਇਜ਼ ਵੈਰੀ ਪਪੂਲਰ ਕੋਡ ਯੂਜ਼ਡ ਇਨ ਆਲ ਪਰਸਨਲ ਕੰਪਿਊਟਰ ਐਂਡ ਵਰਕ ਸਟੇਸ਼ਨ। ਪਰਸਨਲ ਕੰਪਿਊਟਰ ਮੀਨ ਤੇਰਾ ਡੈਸਕਟਾਪ ਹੋ ਗਿਆ, ਲੈਪਟਾਪ ਹੋ ਗਿਆ, ਇਹਦੇ ਵਿੱਚ ਜਿਹੜਾ ਆਪਾਂ ਅਲਫਾਬੈਟਸ ABCD 1 2 3 ਸਿੰਬਲਸ ਯੂਜ਼ ਕਰਦੇ ਹਾਂ ਆਪਣੇ ਕੋਲ
ਉਹ ਆਸਕੀ ਕੋਡ ਦੇ ਵਿੱਚ ਕੀ ਆ, ਆਪਾਂ ਉਹਦੇ ਨਾਲ ਆਸਕੀ ਕੋਡ ਦੇ ਵਿੱਚ ਕੀ ਕਰਦੇ, ਡੀਲ ਕਰਦੇ ਆ। ਵਰਕ ਸਟੇਸ਼ਨ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਕਨਫੀਗਰੇਸ਼ਨ ਥੋੜੀ ਜਿਹੀ ਪਰਸਨਲ ਕੰਪਿਊਟਰ ਨੂੰ ਹਾਈ ਹੁੰਦੀ ਹੈ, ਬਾਕੀ ਮੇਨ ਫਰੇਮ ਸੁਪਰ ਕੰਪਿਊਟਰ ਥੋੜੀ ਘੱਟ ਹੁੰਦੀ ਹੈ, ਉਹਨੂੰ ਆਪਾਂ ਵਰਕ ਸਟੇਸ਼ਨ ਕਹਿੰਦੇ ਆ। ਠੀਕ ਹੈ, ਸੋ ਪਹਿਲਾ ਕੋਡ ਹੋ ਗਿਆ ਆਪਣੇ ਕੋਲ ਆਸਕੀ ਕੋਡ। ਠੀਕ ਹੈ, ਇਹਦੀ ਫੁੱਲ ਫਾਰਮ ਆਪਾਂ ਨੈਕਸਟ ਸਲਾਈਡ ਵਿੱਚ ਡਿਸਕਸ ਕਰਾਂਗੇ ਕਿਉਂ ਇਹਦਾ ਨਾਮ ਆਸਕੀ ਬਣਿਆ ਹੋਇਆ ਹੈ। ਸੈਕਿੰਡ ਹੈ ਆਪਣੇ ਕੋਲ EBCDIC ਕੋਡ। ਬੇਸਿਕਲੀ ਇਹ ਲਾਰਜ ਕੰਪਿਊਟਰ ਜਿਹੜਾ ਹੈ ਉਹਨਾਂ ਵਿੱਚ ਕਮਿਊਨੀਕੇਸ਼ਨ ਯੂਜ਼ ਕਰਨ ਵਾਸਤੇ ਆਪਾਂ ਇਹ ਕੋਡ ਯੂਜ਼ ਕਰਦੇ ਹਾਂ। ਲਾਰਜ ਕੰਪਿਊਟਰ ਮੀਨ ਸੁਪਰ ਕੰਪਿਊਟਰਸ ਔਰ ਯੂ ਕੈਨ ਸੇ ਮੇਨ ਫਰੇਮ ਕੰਪਿਊਟਰਸ ਹੋ ਗਏ ਜਾਂ ਮਿਨੀ ਕੰਪਿਊਟਰਸ ਹੋ ਗਏ, ਇਹਨਾਂ ਦੇ ਵਿੱਚ ਜਿਹੜਾ ਆਪਣੇ ਕੋਲ ਕੋਡ ਯੂਜ਼ ਹੁੰਦਾ ਹੈ ਉਹ EBCDIC ਕੋਡ ਹੁੰਦਾ ਹੈ। ਕਲੀਅਰ, ਉਹ ਵੀ ਆਪਣੇ ਕੋਲ ਅਲਫਾ ਨਿਊਮੈਰਿਕ ਕੋਡ ਦੀ ਫਾਰਮ ਦੇ ਵਿੱਚ ਹੀ ਹੁੰਦਾ। ਇਹ ਵੀ ਆਪਾਂ ਨੈਕਸਟ ਸਲਾਈਡ ਵਿੱਚ ਡਿਸਕਸ ਕਰਾਂਗੇ। ਦੈਨ ਦ ਮੋਸਟ ਪਪੂਲਰ ਜਿਹੜਾ ਹੈ ਅੱਜ ਕੱਲ੍ਹ ਜਿਹੜਾ ਚੱਲਦਾ ਹੈ ਯੂਨੀਕੋਡ ਚੱਲਦਾ ਹੈ। ਇਟ ਇਜ਼ ਮੋਸਟ ਕੰਪਲੀਟ ਕਰੈਕਟਰ ਐਨਕੋਡਿੰਗ ਸਕੀਮ that all text of all forms and languages to be encoded for use by the computer। ਠੀਕ ਹੈ, ਜਿਹੜੇ ਆਪਣੇ ਕੋਲ ਉੱਪਰਲੇ ਦੋ ਕੋਡਸ ਹੈ ਇਹਦੀਆਂ ਕੁਝ ਲਿਮਿਟੇਸ਼ਨ ਹੈ, ਇਹ ਕੁਝ ਪਰਟੀਕੂਲਰ ਕਰੈਕਟਰਸ ਨੁਮੈਰਿਕ ਦੇ ਸਿੰਬਲ ਨੂੰ ਰਿਪਰੈਜ਼ੈਂਟ ਕਰਦੇ ਆ, ਸਾਰੇ ਹੀ ਸਿੰਬਲਸ ਨੂੰ ਰਿਪਰੈਜ਼ੈਂਟ ਨਹੀਂ ਕਰ ਸਕਦੇ। ਆਪਾਂ ਹੁਣ ਦੇਖਾਂਗੇ ਕਿ ਫੋਰ ਐਗਜ਼ਾਮਪਲ ਅਗਰ ਆਪਾਂ ਚਾਈਨਾ ਦੀ ਗੱਲ ਕਰੀਏ, ਚਾਈਨਾ ਦੇ ਵਿੱਚ ਅਗਰ ਵਰਡਸ ਹੈਗੇ ਆ ਅਲਫਾਬੈਟਸ, ਆਪਾਂ ਨੂੰ ਪਤਾ ਕਿ 26 ਅਲਫਾਬੈਟਸ ਹੁੰਦੇ ਆ। ਲੋਅਰ ਕੇਸ ਅਪਰ ਕੇਸ ਕਰ ਲਈਏ 52 ਹੋ ਗਏ। ਦੈਨ ਆਪਣੇ ਕੋਲ ਨੁਮੈਰਿਕ ਸਿੰਬਲ 0 ਲੈ ਕੇ 9 ਤੱਕ 10 ਸਿੰਬਲਸ ਹੋ ਗਏ। ਦੈਨ ਆਪਣੇ ਕੋਲ ਕੁਐਸਚਨ ਮਾਰਕ, ਜਿੰਨੇ ਵੀ ਤੁਹਾਨੂੰ ਕੀਬੋਰਡ ਦੇ ਉੱਪਰ ਫੁੱਲ ਸਟਾਪ ਨਜ਼ਰ ਆ ਰਿਹਾ ਹੈ ਜਾਂ ਕਰਲੀ ਬ੍ਰੈਕਟ ਨਜ਼ਰ ਆ ਰਹੀ ਜਾਂ ਐਂਪਰਸੈਂਡ ਸਾਈਨ ਆ ਰਿਹਾ ਆ। ਠੀਕ ਹੈ, ਇਹ ਤਾਂ ਸਾਰੇ ਇਹ ਕੋਡ ਦੋਨੇ ਹੀ ਹੈਂਡਲ ਕਰ ਸਕਦੇ ਆ। ਬਟ ਅਗਰ ਆਪਾਂ ਕਰੀਏ ਕਿ ਇਸ ਤੋਂ ਅਗਰ ਹੋਰ ਕੋਡਸ ਆ ਜਾਂਦੇ ਹੈ, ਠੀਕ ਹੈ, ਉਹ ਇਹ ਕੋਡ ਕੀ ਹੈ ਉਹ ਡਿਸਪਲੇ ਨਹੀਂ ਕਰਦਾ। ਫੋਰ ਐਗਜ਼ਾਮਪਲ ਅਗਰ ਆਪਣੇ ਇੰਡੀਆ ਦੀ ਹੀ ਗੱਲ ਕਰੀਏ, ਇਹਦੇ ਵਿੱਚ ਆਪਣੇ ਕੋਲ ਮਲਟੀਪਲ ਲੈਂਗੁਏਜਿਸ ਹੈਗੀਆਂ। ਠੀਕ ਹੈ, ਲਾਈਕ ਹਿੰਦੀ, ਪੰਜਾਬੀ, ਮਲਿਆਲਮ, ਤੇਲਗੂ, ਗੁਜਰਾਤੀ। ਠੀਕ ਹੈ, ਥੀਸ ਆਲ ਆਰ ਡਿਫਰੈਂਟ ਟਾਈਪਸ ਆਫ ਲੈਂਗੁਏਜਿਸ। ਠੀਕ ਹੈ, ਉਹ ਸਾਰੀਆਂ ਲੈਂਗੁਏਜ ਕੀ ਆ ਆਪਣਾ ਇਹਦਾ ਯੂਨੀਕੋਡ ਹੈ ਉਹ ਅੰਡਰਸਟੈਂਡ ਕਰਦਾ। ਹਰ ਇੱਕ ਸਿੰਬਲ ਬਾਰੇ ਉਹਨੂੰ ਪਤਾ ਹੈ ਕਿ ਜਿਹੜਾ ਗੁਜਰਾਤੀ ਹੈ ਉਹਦੇ ਵਿੱਚ ਸਿੰਬਲ ਆ ਹੈ ਉਹਦਾ ਮਤਲਬ ਇਹ ਹੈ, ਜਾਂ ਜਿਹੜਾ ਪੰਜਾਬੀ ਉਹਦੇ ਵਿੱਚ ਸਿੰਬਲ ਇਹਦਾ ਮਤਲਬ ਇਹ ਹੈ, ਜਾਂ ਆਪਣੀ ਹਿੰਦੀ ਦਾ ਸਿੰਬਲ ਇਹ ਹੈ, ਐਂਡ ਸੋ ਔਨ। ਸੋ ਆਲ ਓਵਰ ਦਾ ਵਰਲਡ ਜਿੰਨੇ ਵੀ ਆਪਣੇ ਕੋਲ ਟੈਕਸਟ ਹੈ ਕਿਸੇ ਵੀ ਫਾਰਮ ਦੇ ਵਿੱਚ, ਹੁਣ ਕਿਸੇ ਵੀ ਫੌਂਟ ਦਾ ਟਾਈਪ ਹੋਵੇ, ਜਿੱਦਾਂ ਦੀ ਮਰਜ਼ੀ ਆਪਣੇ ਕੋਲ ਉਹ ਟਾਈਪ ਹੋਵੇ, ਉਹ ਯੂਨੀਕੋਡ ਕੀ ਆ ਉਹ ਅੰਡਰਸਟੈਂਡ ਕਰਦਾ ਹੈ ਔਰ ਉਹ ਕੰਪਿਊਟਰ ਨੂੰ ਕੀ ਕਰਦਾ, ਇਨਕੋਡ ਕਰਕੇ ਦਿੰਦਾ ਹੈ ਤਾਂ ਕਿ ਕੰਪਿਊਟਰ ਨੂੰ ਯੂਜ਼ ਕਰ ਸਕੇ। ਠੀਕ ਹੈ, ਚਾਈਨਾ ਦੀ ਮੈਂ ਗੱਲ ਕਰ ਰਿਹਾ ਸੀ, ਉਹਦੇ ਵਿੱਚ ਆਪਣੇ ਕੋਲ 3000 ਜਾਂ 90000 30000 ਦੇ ਲਾਗੇ ਛਾਗੇ ਆਪਣੇ ਕੋਲ ਕੀ ਆ ਅਲੱਗ-ਅਲੱਗ ਸਿੰਬਲਸ ਹੈ। ਉਹ ਸਾਰੇ ਸਿੰਬਲ ਆਸਕੀ ਕੋਡ ਹੈ ਬੀਜ਼ੀ ਸਪੋਰਟ ਨਹੀਂ ਕਰਦੇ ਹੈ। ਠੀਕ ਹੈ, ਅਗਰ ਤੁਸੀਂ ਉਹਨੂੰ ਯੂਜ਼ ਵੀ ਕਰੋਗੇ ਤਾਂ ਦੈਨ ਤੁਹਾਡੇ ਸਿਸਟਮ ਨੇ ਉਸ ਡਾਟਾ ਨੂੰ ਚੁੱਕਣਾ ਹੀ ਨਹੀਂ ਹੈ, ਉਹਨੇ ਕੋਈ ਹੋਰ ਵੈਲਿਊ ਡਿਸਪਲੇ ਕਰਾ ਦੇਣੀ, ਬਿਕੋਜ਼ ਉਹਨੂੰ ਪਤਾ ਹੀ ਨਹੀਂ ਹੈ ਕਿ ਇਹ ਸਿੰਬਲਸ ਕਿਹੜੇ ਹੈ। ਸੋ ਯੂਨੀਵਰਸਲ ਜਿਹੜਾ ਕੋਡ ਹੈ, ਨਾਮ ਹੀ ਤੋਂ ਕਲੀਅਰ ਹੈ ਯੂਨੀਵਰਸਲ ਕੋਡਸ ਹੈ। ਇਹ ਕੋਡ ਕੀ ਕਰੇਗਾ, ਜਿੰਨੇ ਵੀ ਡਿਫਰੈਂਟ ਟਾਈਪਸ ਆਫ ਟੈਕਸਟ ਹੈ, ਜਿੰਨੀਆਂ ਵੀ ਲੈਂਗੁਏਜਿਸ ਆਪਾਂ ਇਸ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ, ਉਹਨਾਂ ਸਾਰਿਆਂ ਦੇ ਸਿੰਬਲ ਜਿਹੜੇ ਹੈ ਉਹ ਯੂਨੀਕੋਡ ਸਪੋਰਟ ਕਰਦਾ ਹੈ। ਠੀਕ ਹੈ, ਹੁਣ ਆਪਾਂ 1 ਬਾਏ 1 ਡਿਸਕਸ ਕਰਾਂਗੇ। ਪਹਿਲਾਂ ਆਪਾਂ ਡਿਸਕਸ ਕਰਾਂਗੇ ਆਸਕੀ ਕੋਡ। ਆਸਕੀ ਕੋਡ ਕਿੱਦਾਂ ਨਾਮ ਪਿਆ, ਇਹ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਨੂੰ ਕੁਝ ਸਿਨੈਰੀਓ ਆਪਾਂ ਡਿਸਕਸ ਕਰਾਂਗੇ ਜਿਸ ਤੋਂ ਕਲੀਅਰ ਹੋ ਜਾਏਗਾ ਕਿ ਇਹਦਾ ਨਾਮ ਆਸਕੀ ਕਿਉਂ ਪਿਆ ਹੋਇਆ ਹੈ ਜਾਂ ਇਹ ਕੋਡ ਦੀ ਲੋੜ ਕਿਉਂ ਪਈ ਹੋਈ ਹੈ। ਮੰਨ ਲਓ ਵੀ ਹੈਵ 3 ਮੈਂ ਐਗਜ਼ਾਮਪਲ ਲੈ ਰਿਹਾ ਤੇ 3 ਕੰਟਰੀ ਦੀ, 1 ਇਜ਼ ਇੰਡੀਆ, ਦੈਨ ਅਮਰੀਕਾ, ਦੈਨ ਜਾਪਾਨ। ਠੀਕ ਹੈ, ਇੰਡੀਆ ਵਿੱਚ ਅਗਰ ਮੰਨ ਲਓ ਮੈਂ ਕੋਡ ਯੂਜ਼ ਕਰ ਰਿਹਾ A ਦਾ 1001, B ਦਾ 1010, C ਅਗਰ ਹੈ ਤਾਂ 001, D ਹੈ ਤੇ 1000। ਕਲੀਅਰ, ਅਗਰ ਤਾਂ ਸਿਸਟਮ ਜਿਹੜਾ ਹੈ ਮੰਨ ਲਓ ਮੈਂ ਇੱਕ ਪਰਟੀਕੂਲਰ ਅਲਫਾਨੁਮੈਰਿਕ ਕੋਡ ਯੂਜ਼ ਕਰ ਰਿਹਾ, ਹਜੇ ਮੈਂ ਕੋਈ ਨਾਮ ਨਹੀਂ ਲੈ ਰਿਹਾ। ਅਗਰ ਇੰਡੀਆ ਦੇ ਵਿੱਚ ਹੈ ਤੇ ਅਗਰ ਤੁਸੀਂ ਆਪਣੇ ਘਰ ਬੈਠੇ ਸਿਸਟਮ ਦੇ ਉੱਪਰ A ਟਾਈਪ ਕਰੋਗੇ, ਉਹ ਬਾਈਨਰੀ ਵਿੱਚ ਕਨਵਰਟ ਹੋਏਗਾ 1001, ਔਰ ਤੁਸੀਂ ਆਪਣੇ ਇੰਡੀਆ ਦੇ ਵਿੱਚ ਹੀ ਫਰੈਂਡ ਕੋਲ ਡਾਟਾ ਸੈਂਡ ਕਰੋਗੇ ਤੇ ਉਹਨੂੰ ਵੀ ਕੀ ਜਾਏਗਾ 1001 ਹੀ ਜਾਏਗਾ, ਉਹ ਵੀ A ਹੀ ਹੋਏਗਾ ਵਿਦ ਇਨ ਇੰਡੀਆ। ਬਟ ਪ੍ਰੋਬਲਮ ਕੀ ਆਏਗੀ ਜਦੋਂ ਮੰਨ ਲਓ ਇਨ ਦਿਸ ਕੇਸ ਦੇਖੋ ਅਮਰੀਕਾ ਦੇ ਵਿੱਚ ਅਗਰ A ਹੈ ਉਹਦੀ ਨੁਮੈਰਿਕ ਫਾਰਮ ਕੀ ਬਣ ਰਹੀ ਹੈ 1010, ਇੰਡੀਆ ਦੇ ਵਿੱਚ ਕੀ ਬਣ ਰਹੀ ਹੈ 1001, ਔਰ ਜਾਪਾਨ ਵਿੱਚ ਕੀ ਬਣ ਰਹੀ ਹੈ 0001। ਇਸੇ ਤਰੀਕੇ ਨਾਲ B, C ਐਂਡ D ਸਾਰਿਆਂ ਦੇ ਲੋਕ ਕੋਡ ਕੀ ਅਲੱਗ-ਅਲੱਗ ਹੈ। ਇੰਡੀਆ 'ਚ ਕੁਝ ਹੋਰ ਕੋਡ ਹੈ, ਬਾਈਨਰੀ ਕੋਡ ਹੈ, ਔਰ ਯੂ ਕੈਨ ਸੇ ਅਲਫਾਨੁਮੈਰਿਕ ਕੋਡ ਹੈ। ਅਮਰੀਕਾ ਦੇ ਵਿੱਚ ਕੁਝ ਹੋਰ ਹੈ ਔਰ ਜਾਪਾਨ ਦੇ ਵਿੱਚ ਕੁਝ ਹੋਰ ਹੈ। ਹੁਣ ਦੇਖੋ ਪ੍ਰੋਬਲਮ ਕਿੱਥੇ ਆਏਗੀ। ਮੰਨ ਲਓ ਤੁਸੀਂ ਸੈਂਡ ਕੀਤਾ ABC, A ਦਾ ਆਪਣੇ ਕੋਲ ਨੁਮੈਰਿਕ ਫਾਰਮ ਕੀ ਆ, ਦੈਟ ਇਜ਼ 1001, ਓਕੇ। B ਦੀ ਆਪਣੇ ਕੋਲ ਕੀ ਆ 1010, ਔਰ C ਦੀ ਕੀ ਆ 001। ਜਦੋਂ ਇਹ ਕੋਡ ਆਊਟਸਾਈਡ ਦਾ ਕੰਟਰੀ ਇੰਡੀਆ ਮੂਵ ਕੀਤਾ, ਫੋਰ ਐਗਜ਼ਾਮਪਲ ਅਮਰੀਕਾ, ਉੱਥੇ ਜਾ ਕੇ ਜਦੋਂ ਇਹ ਡਾਟਾ ਰਿਸੀਵ ਹੋਇਆ ਉਹਨੇ ਆਪਣੇ ਅਕੋਰਡਿੰਗ ਇਹਨੂੰ ਕੀ ਆ ਇਹਨੂੰ ਡਿਕੋਡ ਕਰ ਲੈਣਾ ਹੈ। ਡਿਕੋਡ ਮੀਨਸ ਕੀ ਆ 1001 ਦਾ ਕੀ ਇੱਥੇ ਆਪਣੇ ਕੋਲ C, ਇੱਥੇ C ਆ ਗਿਆ, ਦੈਨ 1010 ਦਾ ਕੀ ਮੇਰੇ ਕੋਲ A, ਦੈਨ 001 ਦਾ ਮੇਰੇ ਕੋਲ ਕੀ ਆ D। ਹੁਣ ਤੁਸੀਂ ਦੇਖ ਸਕਦੇ ਹੋ ਕਿ ਮੈਂ ਸੈਂਡ ਕੀਤਾ ਸੀ ABC, ਠੀਕ ਹੈ, ਬਟ ਜਦੋਂ ਅਮਰੀਕਾ ਕੋਲ ਪਹੁੰਚਿਆ ਉਹ ਡਾਟਾ ਕੀ ਹੋ ਗਿਆ ਮੇਰੇ ਕੋਲ ਚੇਂਜ ਹੋ ਗਿਆ, ਦੈਟ ਇਜ਼ ਅ CAD। ਸਿਮਿਲਰਲੀ ਅਗਰ ਇੱਥੇ ਹੀ ਇਹ ਡਾਟਾ ਆਪਣੇ ਕੋਲ ਮੂਵ ਕੀਤਾ ਟੂ ਅਦਰ ਸਿਟੀ, ਯੂ ਕੈਨ ਸੇ ਅ ਕੰਟਰੀ, ਉੱਥੇ ਆਪਣੇ ਕੋਲ ਜਿਹੜਾ B 1001 ਹੈ ਉਹਦਾ ਮਤਲਬ ਕੀ ਹੋ ਗਿਆ B,
ਦੈਨ ਜਿਹੜਾ 1010 ਹੈ ਉਹਦਾ ਮਤਲਬ ਕੀ ਹੋ ਗਿਆ ਡੀ, ਦੈਨ 001 ਉਹਦਾ ਮਤਲਬ ਕੀ ਹੋ ਗਿਆ ਏ। ਤੁਸੀਂ ਦੇਖ ਸਕਦੇ ਹੋ ਕਿ ਸਾਰਿਆਂ ਦੇ ਵਿੱਚ ਕੋਡ ਕੀ ਹੋ ਗਿਆ, ਡਾਟਾ ਕੀ ਹੋ ਗਿਆ, ਡਿਫਰੈਂਟ ਹੋ ਗਿਆ। ਹੁਣ ਤਾਂ ਇਹ ਪ੍ਰੋਬਲਮ ਆ ਗਈ, ਠੀਕ ਹੈ। ਜ਼ਰੂਰਤ ਨਹੀਂ ਹੈ ਕਿ ਆਪਾਂ ਜਿਹੜੀ ਕਮਿਊਨੀਕੇਸ਼ਨ ਵਿਦ ਇਨ ਇੰਡੀਆ ਹੀ ਕਰਨੀ ਹੈ, ਕਮਿਊਨੀਕੇਸ਼ਨ ਆਲ ਓਵਰ ਦਾ ਵਰਲਡ ਹੋ ਰਹੀ ਹੈ। ਫੇਸਬੁੱਕ ਇੰਡੀਆ ਦੇ ਵਿੱਚ ਵੀ ਚੱਲਦੀ ਹੈ, ਫੇਸਬੁੱਕ ਅਮਰੀਕਾ ਦੇ ਵਿੱਚ ਵੀ ਚੱਲਦੀ ਹੈ, ਫਿਰ ਜਾਪਾਨ ਵਿੱਚ ਵੀ ਚੱਲਦੀ ਹੈ, ਐਂਡ ਮੈਨੀ ਕੰਟਰੀ ਵਿੱਚ। ਅਗਰ ਉੱਥੇ ਸਾਰੇ ਆਪਣੇ ਤਰੀਕੇ ਨਾਲ ਕੋਡ ਸੁਣ ਕੇ ਤਾਂ ਡਾਟਾ ਪ੍ਰੋਪਰ ਵੇ ਨਾਲ ਅਸੈਸ ਹੀ ਨਹੀਂ ਹੋ ਪਾਏਗਾ, ਆਪਣੇ ਕੋਲ ਰੋਂਗ ਇਨਫੋਰਮੇਸ਼ਨ ਜਾਏਗੀ। ਕਲੀਅਰ। ਸੋ ਇਸ ਚੀਜ਼ ਨੂੰ ਓਵਰਕਮ ਕਰਨ ਲਈ ਕੀ ਕੀਤਾ ਗਿਆ, ਇੱਕ ਆਪਣੇ ਕੋਲ ਕੀ ਹੋਈ, ਆਰਗੇਨਾਈਜ਼ ਮੀਟਿੰਗ ਕੀਤੀ ਗਈ, ਸਾਰੇ ਜਿੰਨੇ ਵੀ ਕੰਪਿਊਟਰ ਮੈਨੂਫੈਕਚਰਰ ਸੀਗੇ ਅਲੱਗ-ਅਲੱਗ ਕੰਟਰੀ ਦੇ, ਸਾਰਿਆਂ ਨੇ ਮਿਲ ਕੇ ਇੱਕ ਕਾਮਨ ਕੋਡ ਬਣਾਇਆ। ਉਹਨੇ ਡਿਸਾਈਡ ਕੀਤਾ ਜਿਹੜੀ ਇਹ ਪ੍ਰੋਬਲਮ ਹੈਗੀ ਆ ਇਹ ਆਪਾਂ ਨੂੰ ਸੋਲਵ ਕਰਨੀ। ਸਾਰੇ ਮੀਟਿੰਗ ਹੋਈ ਸਾਰਿਆਂ ਦੀ, ਜਿੰਨੇ ਵੀ ਮਲਟੀਪਲ ਮੀਟਿੰਗਸ ਹੋਈਆਂ, ਉਹਨਾਂ ਮੀਟਿੰਗ ਵਿੱਚ ਡਿਸਕਸ ਕੀਤਾ ਗਿਆ ਕਿ ਆਪਾਂ ਇੱਕ ਕਾਮਨ ਕੋਡ ਬਣਾਈਏ ਜਿਹੜਾ ਕਿ ਸਾਰਿਆਂ ਵਾਸਤੇ ਐਕਸੈਪਟੇਬਲ ਹੋਵੇ, ਚਾਹੇ ਉਹ ਕੋਡ ਇੰਡੀਆ ਵਾਲੇ ਯੂਜ਼ ਕਰ, ਚਾਹੇ ਉਹ ਅਮਰੀਕਾ ਯੂਜ਼ ਕਰੇ, ਚਾਹੇ ਉਹ ਜਾਪਾਨ ਯੂਜ਼ ਕਰੇ। ਅਗਰ ਮੈਂ ਏ ਸੈਂਡ ਕਰ ਰਿਹਾ ਤਾਂ ਅਮਰੀਕਾ ਵੀ ਏ ਡਿਸਪਲੇ ਹੋਏਗਾ, ਔਰ ਜਾਪਾਨ ਦੇ ਵਿੱਚ ਵੀ ਡਾਟਾ ਉਹ ਏ ਦੇ ਨਾਲ ਹੀ ਇਨਕੋਡ ਹੋਏਗਾ, ਜਾਂ ਯੂ ਕੈਨ ਸੇ ਜਾਂ ਡੀਕੋਡ ਹੋਏਗਾ। ਕਲੀਅਰ। ਸੋ ਆਪਣੇ ਕੋਲ ਆਰਗੇਨਾਈਜੇਸ਼ਨ ਨੇ ਮੀਟ ਕੀਤੀਆਂ, ਮੀਟ ਕਰਨ ਤੋਂ ਬਾਅਦ ਉਹ ਇੱਕ ਸਿੱਟੇ 'ਤੇ ਪਹੁੰਚੇ ਆ। ਉਹਨੇ ਡਿਸਾਈਡ ਕੀਤਾ ਕਿ ਜਿਹੜਾ ਅਮਰੀਕਾ ਦਾ ਕੋਡ ਹੈ ਇਹ ਥੋੜ੍ਹਾ ਜਿਹਾ ਕੋਡ ਸੁਪੀਰੀਅਰ ਹੈ ਐਜ਼ ਕੰਪੇਅਰ ਟੂ ਇੰਡੀਆ ਐਜ਼ ਵੈਲ ਐਜ਼ ਜਾਪਾਨ। ਸੋ ਇਹਦੇ ਵਿੱਚ ਕੀ ਹੋ ਗਿਆ, ਜੋ ਅਮਰੀਕਾ ਦਾ ਕੋਡ ਸੀਗਾ, ਅਮਰੀਕਾ ਕੀ ਕਹਿ ਰਿਹਾ ਸੀਗਾ, ਅਗਰ ਏ ਹੈ ਤਾਂ ਉਹਦਾ ਮਤਲਬ 1001 ਹੋਏਗਾ, ਅਗਰ ਬੀ ਹੈ ਤਾਂ ਉਹਦਾ ਮਤਲਬ 1010 ਹੋਏਗਾ, ਸੀ ਹੈ ਤਾਂ 001 ਹੋਏਗਾ, ਡੀ ਹੈ ਤਾਂ 100 ਹੋਏਗਾ। ਸੋ ਇਹ ਕੋਡ ਇੰਡੀਆ ਵਿੱਚ ਵੀ ਐਕਸੈਪਟੇਬਲ ਹੋ ਗਿਆ, ਐਜ਼ ਵੈਲ ਐਜ਼ ਜਾਪਾਨ ਦੇ ਵਿੱਚ ਵੀ ਇਹ ਐਕਸੈਪਟੇਬਲ ਹੋ ਗਿਆ। ਕਲੀਅਰ। ਹੁਣ ਚਾਹੇ ਤੁਸੀਂ ਇੱਥੇ ਏ ਪ੍ਰੈਸ ਕਰੋਗੇ ਤਾਂ ਇੱਥੇ ਵੀ ਆਪਣੇ ਕੋਲ ਜਿਹੜੀ ਬਾਈਨਰੀ ਫਾਰਮ ਜਾਏਗੀ 101 ਹੀ ਜਾਏਗੀ, ਔਰ ਉੱਥੇ ਆਪਣੇ ਕੋਲ ਇੱਥੇ ਵੀ ਅਮਰੀਕਾ ਕੋ ਵੀ ਕੀ ਆਏਗਾ, ਆਪਣੇ ਕੋਲ ਕੈਪੀਟਲ ਏ ਹੀ ਆਏਗਾ, ਉਹਦੇ ਵਿੱਚ ਕੋਈ ਵੀ ਚੇਂਜ ਨਹੀਂ ਹੈਗਾ। ਸਿਮਿਲਰਲੀ ਜਾਪਾਨ ਦੇ ਵਿੱਚ ਵੀ ਆਪਣੇ ਕੋਲ ਸੇਮ ਹੀ ਚੀਜ਼ ਆਏਗੀ। ਸੋ ਜਿਹੜਾ ਇਹ ਕੋਡ ਨਵਾਂ ਬਣ ਕੇ ਆਇਆ ਹੈ, ਜਿਹੜਾ ਕਿ ਆਲ ਓਵਰ ਦਾ ਵਰਲਡ ਐਕਸੈਪਟੇਬਲ ਹੋਏਗਾ, ਉਸ ਕੋਡ ਦਾ ਨਾਮ ਕੀ ਬਣ ਗਿਆ, ASCII ਕੋਡ, ਦੈਟ ਇਜ਼ ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। आई होप ਤੁਹਾਨੂੰ ਕਲੀਅਰ ਹੋ ਜਾਏ, ਕਿਉਂਕਿ ਅਮਰੀਕਾ ਦਾ ਕੋਡ ਆਪਾਂ ਯੂਜ਼ ਕਰ ਰਹੇ, ਇਸ ਲਈ ਨਾਮ ਬਣ ਗਿਆ ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। ਮੀਨਸ ਕੀ ਹੈ, ਜਦੋਂ ਇਹ ਆਪਸ ਇਨਫੋਰਮੇਸ਼ਨ ਇੰਟਰਚੇਂਜ ਕਰਦੇ ਆ, ਉੱਥੇ ਜਿਹੜਾ ਕੋਡ ਯੂਜ਼ ਕਰਾਂਗੇ ਉੱਥੇ ਆਪਾਂ ਉਹਨੂੰ ਕੀ ਕਹਾਂਗੇ, ASCII ਕੋਡ। ਸੋ ਡੈਟਸ ਮੇਰਾ ਨਾਮ ਪਿਆ ਹੈ ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। ਇਨਫੋਰਮੇਸ਼ਨ ਕੀ ਇੰਟਰਚੇਂਜ ਹੋ ਰਹੀ ਹੈ ਫਰਮ ਵਨ ਕੰਟਰੀ ਟੂ ਅਨਦਰ, ਠੀਕ ਹੈ। ਵਿਦ ਇਨ ਅ ਸਿਸਟਮ ਵੀ ਆਪਣੇ ਕੋਲ ਇਹੀ ਆਪਾਂ ASCII ਕੋਡ ਯੂਜ਼ ਕਰਦੇ ਹਾਂ। ਸੋ ਅਸੈਪਟੇਬਲ ਹੋ ਗਿਆ ਸਾਰੇ ਪਾਸੇ, ਇਹਦੇ ਵਿੱਚ ਆਪਣੇ ਕੋਲ ਬੋਗਸ ਡਾਟਾ ਜਾਂ ਰੋਂਗ ਇਨਫੋਰਮੇਸ਼ਨ ਨਹੀਂ ਜਾਏਗੀ। ਕਲੀਅਰ। ਨਾਓ ਡਿਸਕਸ ਟਰਾਈ ਟੂ ਡਿਸਕਸ ਇਨ ਡਿਟੇਲ ਕਿ ਆਪਣੇ ਕੋਲ ASCII ਕੋਡ ਕੀ ਹੈ, ਇਹਦੀ ਫੁੱਲ ਫਾਰਮ ਯਾਦ ਰੱਖਣੀ, ਪੇਪਰ 'ਚ ਕਾਫੀ ਵਾਰੀ ਆਉਂਦੀ ਹੈ। ਪਹਿਲਾ ਕੀ ਕਹਿ ਰਿਹਾ ਹੈ, ਦ ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ ਪ੍ਰੋਨਾਊਂਸਡ ਐਜ਼ ASCII, ਇਹਨੂੰ ਆਪਾਂ ਸ਼ਾਰਟ ASCII ਯੂਜ਼ ਕਰਦੇ ਹਾਂ, ਇਜ਼ ਅ ਵਾਈਡਲੀ ਯੂਜ਼ ਅਲਫਾਨੁਮੈਰਿਕ ਕੋਡ। ਵਾਈਡਲੀ ਮੀਨਸ ਕੀ ਆ, ਜ਼ਿਆਦਾਤਰ ਜਿਹੜਾ ਇਹ ਆ ਹਰ ਜਗ੍ਹਾ ਆਪਣੇ ਕੋਲ ਇਹ ਵਾਲਾ ਕੋਡ ਕੀ ਆ ਯੂਜ਼ ਹੁੰਦਾ ਹੈ। ਕੁਛ ਲਿਮਿਟੇਸ਼ਨਸ ਆਪਾਂ ਦੇਖਾਂਗੇ ਕਿਹੜੀਆਂ ਇਹਦੀਆਂ ਲਿਮਿਟੇਸ਼ਨਸ ਹੈ। ਦੂਜਾ ਕੀ ਕਹਿ ਰਿਹਾ ਹੈ, ਦਿਸ ਇਜ਼ ਬੇਸਿਕਲੀ ਹੈ 7 ਬਿਟ ਕੋਡ, ਆਲਵੇਜ਼ ਕੀਪ ਇਨ ਮਾਈਂਡ। ਬੇਸਿਕਲੀ ਇਹ ਦੋ ਤਰੀਕੇ ਦਾ ਬੇਸਿਕਲੀ ਹੁੰਦਾ 7 ਐਂਡ 8 ਬਿਟ, ਬਟ ਬੇਸਿਕਲੀ ਕੀ ਹੈ ਇਹ 7 ਬਿਟ ਦਾ ਕੋਡ ਹੁੰਦਾ ਹੈ। 7 ਬਿਟ ਦਾ ਮਤਲਬ ਇਹ ਹੈ ਕਿ ਪਰਟੀਕੂਲਰ ਕੋਈ ਵੀ ਆਪਣੇ ਕੋਲ ਅਲਫਾਬੈਟਸ ਹੈ ਜਾਂ ਆਪਣੇ ਕੋਲ ਨਿਊਮੈਰਿਕ ਫਾਰਮ ਹੈ ਜਾਂ ਕੋਈ ਸਿੰਬਲ ਹੈ, ਉਹ ਆਪਣੇ ਕੋਲ 8 ਬਿਟ ਦਾ ਕੀ ਆ ਬਾਈਨਰੀ ਫਾਰਮ ਦੇ ਵਿੱਚ ਰਿਪਰੈਜ਼ੈਂਟ ਹੋਏਗਾ, ਲਾਈਕ 1 2 3 4 5 6 7 ਸੌਰੀ 7 ਬਿਟ ਦੇ ਵਿੱਚ ਕੀ ਹੋਏਗਾ ਆਪਣੇ ਕੋਲ ਰਿਪਰੈਜ਼ੈਂਟ ਹੋਗਾ, ਅਗਰ ਕੋਈ ਵੀ ਆਪਣੇ ਕੋਲ ਅਲਫਾ ਨਿਊਮੈਰਿਕ ਕੋਡਸ ਆ ਰਹੇ। ਇਸ ਲਈ ਕਿਹਾ ਦਿਸ ਇਜ਼ ਅ ਬੇਸਿਕਲੀ ਅ 7 ਬਿਟ ਕੋਡ। BCD ਆਪਣੇ ਕੋਲ 4 ਬਿਟ ਕੋਡ ਸੀਗਾ, ਆਪਾਂ ਲਾਸਟ ਡਿਸਕਸ ਕਰ ਚੁੱਕੇ ਹਾਂ। ਦੈਨ this code is popular in data communication, is used almost exclusively to represent a data internally in a microprocessor and is frequently found in a large computer produced by the some vendor. That means ਕਿ ਜੋ ਡਾਟਾ ਕਮਿਊਨੀਕੇਸ਼ਨ ਹੋਣੀ ਆ, ਜਿਹੜਾ ਮਾਈਕਰੋ ਪ੍ਰੋਸੈਸਰ ਵਿੱਚ ਇੰਟਰਨਲੀ ਡਾਟਾ ਮੂਵ ਕਰਦਾ ਹੈ, ਉੱਥੇ ਜਿਹੜਾ ਕੋਡ ਯੂਜ਼ ਹੁੰਦਾ ਹੈ that is known as the ASCII code. So I repeat again, this code is popular in data communication. Data communication जो डाटा ट्रांसफर हो रहा है is used almost complete और exclusively to represent a data internally in the microprocessor। जो भी डाटा माइक्रोप्रोसेसर सेंड करना है तो डाटा अपने को ASCII कोड के फॉर्म ਦੇ ਵਿੱਚ ਹੋਏਗਾ। और जिन्ने भी अपने को बड़े बड़े कंप्यूटर्स है ਜਿਹੜੇ ਕਿ ਵੈਂਡਰ ਨੇ ਕੁਝ ਡਿਜ਼ਾਈਨ ਕੀਤੇ ਗਏ ਆ, ਉਹ ਸਾਰੇ ASCII ਕੋਡ ਹੀ ਯੂਜ਼ ਕਰਦੇ। Then ASCII code can be used to encode both the lower and uppercase character of the alphabets, that is कितने हो गए अपने को 52 symbols and some special symbol as well in addition to a 10 decimal digit। ਇਹ ਕੀ ਕਰਦਾ, encode ਦਾ ਆਪਾਂ ਨੂੰ ਪਤਾ ਹੀ ਹੈ, ਜਦੋਂ ਵੀ ਡਾਟਾ original form ਤੋਂ another form ਦੇ ਵਿੱਚ ਕਨਵਰਟ ਹੁੰਦਾ ਉਹਨੂੰ ਆਪਾਂ encode ਕਹਿੰਦੇ। ਫॉर एग्जांपल in this case A ਹੈ,
ਇਹਨੂੰ ਆਪਾਂ ਦੂਸਰੀ ਬਾਈਨਰੀ ਫਾਰਮ ਦੇ ਵਿੱਚ ਕਨਵਰਟ ਕਰਤਾ, ਯੂ ਕੈਨ ਸੇ ਆਸਕੀ ਕੋਡ ਵੀ ਕਨਵਰਟ ਕਰਤਾ, ਜਿਹੜੀ ਇਹ ਚੀਜ਼ ਦੈਟ ਇਜ਼ ਨੋਨ ਐਜ਼ ਇਨਕੋਡ ਕਹਿੰਦੇ। ਸੋ ਕਹਿੰਦਾ ਕਿ ਜਿਹੜਾ ਆਸਕੀ ਕੋਡ ਹੈਗਾ ਯੂਜ਼ ਟੂ ਇਨਕੋਡ both the lower and upper case character। upper case lower case means ਕੀ ਆ small abc ਔਰ capital abc। ਇਹਨਾਂ ਨੂੰ ਵੀ ਕੋਡ ਕਰੇਗਾ। ਕਿੰਨੇ ਹੋ ਗਏ 26 26 ਆਪਣੇ ਕੋਲ ਅਲਫਾਬੈਟਸ ਹੁੰਦੇ ਆ, ਠੀਕ ਹੈ। 26 कैपिटल हो गए और 26 अपने को की हो स्मॉलर हो गए। तो 26 + 26 कितना 52 ਜਿਹੜੇ ਅਲਫਾਬੈਟਸ ਹੈ ਅਪਰ ਕੇਸ ਐਜ਼ ਵੈਲ ਲੋਅਰ ਕੇਸ ਉਹਨਾਂ ਨੂੰ ਕੀ ਕਰ ਸਕਦਾ ਇਨਕੋਡ ਕਰ ਸਕਦਾ। ਐਂਡ ਨਾਲ ਦੀ ਨਾਲ ਆਪਣੇ ਕੋਲ ਕੀ ਹੈ ਡਿਜਿਟ 0 ਤੋਂ ਲੈ ਕੇ 9 ਤੱਕ 10 ਡਿਜਿਟ ਹੈ ਉਹਨਾਂ ਨੂੰ ਵੀ ਇਨਕੋਡ ਕਰਦਾ ਹੈ, ਕਰਨ ਵਿੱਚ ਕੰਮ ਕਰਦਾ ਹੈਲਪ ਕਰਦਾ ਹੈ। ਐਂਡ ਸਿਮਿਲਰਲੀ ਕੁਝ ਸਮ ਸਪੈਸ਼ਲ ਸਿੰਬਲ, ਸਾਰੇ ਨਹੀਂ, ਕੁਝ ਸਪੈਸ਼ਲ ਸਿੰਬਲ ਹੈ ਜਿਵੇਂ ਕਿ ਪਲੱਸ ਮਾਈਨਸ ਕੁਐਸਚਨ ਮਾਰਕ, ਠੀਕ ਹੈ, ਫੁੱਲ ਸਟਾਪ, ਸੈਮੀ ਕੋਲਨ, ਐਂਪਰਸੈਂਡ ਸਾਈਨ, ਇਹ ਸਿੰਬਲਸ ਨੂੰ ਵੀ ਕਰਦਾ ਹੈ ਇਨਕੋਡ ਕਰਦਾ ਹੈ ਕਿਹੜਾ ਆਸਕੀ ਕੋਡ, ਠੀਕ ਹੈ। ਸੋ ਦੈਟ ਵੇ ਯੂ ਕੈਨ ਬੀ ਯੂਜ਼ ਟੂ ਇਨਕੋਡ ਆਲ ਦਾ ਸਿੰਬਲਸ ਆਲਮੋਸਟ ਸਪੈਸ਼ਲ ਸਿੰਬਲਸ ਅਲਫਾਬੈਟਸ ਐਜ਼ ਵੈਲ ਐਜ਼ ਡਿਜਿਟਸ। ਇਨ ਦਿਸ ਕੇਸ ਯੂ ਕੈਨ ਸੇ ਦੈਟ ਇਹ ਆਪਣੇ ਕੋਲ ਦੇਖੋ ਇਸ ਫਿਗਰ ਦੇ ਵਿੱਚ ਕੀ ਆ ਰਿਹਾ, कैपिटल ए बी सी डी भी है अपने को, स्मॉल ए बी सी डी भी है, देन न्यूमेरिक फॉर्म भी है अपने को, एंड दीज आर द मैथमेटिकल सिंबल्स भी है या कुछ अदर सिंबल है देख सकते हो, ठीक है, डॉलर है, परसेंटेज है, एम्परसेंट साइन है, ठीक है। सो मेरे को क्या है आस्की फॉर्म देखो ये फ्रॉम आस्की डेसिमल है, करैक्टर केड़ा मेरे को ए लिखा हुआ है लेकिन कैपिटल लैटर, ਇਹਦਾ ਕਰੈਕਟਰ ਕੋਡ ਕੀ ਬਣੇਗਾ 65। ਦੈਟ ਮੀਨਸ ਇਹ ਹੈਕਸ ਆਸਕੀ ਕੋਡ ਜਿਹੜਾ ਹੈ ਇਹਦਾ ਕਿੰਨਾ ਹੈ 65 ਹੈ ਇਹਦੇ ਏ ਦਾ। ਸਿਮਿਲਰਲੀ ਅਗਰ ਬੀ ਹੈ 1 2 ਸਾਰਿਆਂ ਦਾ ਹੀ ਅਲੱਗ ਆਸਕੀ ਕੋਡ ਹੋਏਗਾ, ਕਿਸੇ ਦਾ ਵੀ ਸੇਮ ਨਹੀਂ ਹੋਏਗਾ। ਕਲੀਅਰ, ਇਹ ਏ ਹੈ ਔਰ ਇਹ ਇੱਥੇ ਆਪਣੇ ਕੋਲ ਕਰੈਕਟਰ ਕੋਡ ਕਿੰਨਾ ਹੋ ਗਿਆ ਉਹਦਾ 65 ਹੋ ਗਿਆ। ਇਨ ਦਿਸ ਕੇਸ ਦੇਖ ਸਕਦੇ ਹੋ ਕਿ ਆਪਣੇ ਕੋਲ ਕੈਪੀਟਲ ਵੀ ਹੈ ਐਜ਼ ਵੈਲ ਐਜ਼ ਅ ਸਮਾਲ ਲੈਟਰਸ ਵੀ ਹੈ, ਅਪਰ ਕੇਸ ਐਜ਼ ਵੈਲ ਐਜ਼ ਅ ਲੋਅਰ ਕੇਸ, ਠੀਕ ਹੈ। ਸਿਮਿਲਰਲੀ ਹੁਣ ਆਪਣੇ ਕੋਲ ਕੀ ਆ ਸਮੋਲ ਏ ਦੀ ਗੱਲ ਕਰੀਏ, ਇੱਥੇ ਕੈਪੀਟਲ ਏ ਸੀਗਾ, ਹੁਣ ਆਪਾਂ ਸਮੋਲ ਏ ਦੀ ਗੱਲ ਕਰੀਏ, ਉਹਦਾ ਕਰੈਕਟਰ ਕੋਡ ਕਿੰਨਾ ਬਣ ਰਿਹਾ ਮੇਰੇ ਕੋਲ 97। ਦੇਖੋ ਸੇਮ ਨਹੀਂ ਹੋਏਗਾ, ਕੈਪੀਟਲ ਏ ਨੂੰ ਉਹ ਅਲੱਗ ਡੀਲ ਕਰੇਗਾ, ਠੀਕ ਹੈ, ਕੈਪੀਟਲ ਲੈਟਰ ਨੂੰ ਅਲੱਗ ਡੀਲ ਕਰੇਗਾ ਔਰ ਲੋਅਰ ਕੇਸ ਲੈਟਰ ਨੂੰ ਅਲੱਗ ਡੀਲ ਕਰੇਗਾ। ਸੋ ਏ ਦਾ ਕਰੈਕਟਰ ਕੋਡ ਕਿੰਨਾ ਬਣਿਆ ਆਪਣੇ ਕੋਲ ਆਸਕੀ ਵਿੱਚ 97। ਸੋ ਆਲਵੇਜ਼ ਕੀਪ ਇਨ ਮਾਈਂਡ ਜਿਹੜਾ ਕੈਪੀਟਲ ਏ ਹੈ ਉਹਦਾ ਕਿਹੜਾ ਕਰੈਕਟਰ ਕੋਡ ਹੋਗਾ ਆਸਕੀ ਕੋਡ ਕਹਿ ਲਓ, ਉਹਦਾ ਕਿੰਨਾ 65, ਬੀ ਦਾ 66, ਦੈਨ 67, ਸੀ ਦਾ, ਦੈਨ ਡੀ ਦਾ 68 ਐਂਡ ਸੋ ਔਨ ਸੀਕੁਐਂਸ ਵਿੱਚ ਚੱਲਦੇ ਜਾਓ। ਫਿਰ ਉਹਦੇ ਵਿੱਚ ਕੁਝ ਆਪਣੇ ਕੋਲ ਅਨਦਰ ਸਿੰਬਲਸ ਆ ਜਾਂਦੇ ਹੈ। ਉਸ ਤੋਂ ਬਾਅਦ ਜਿਹੜਾ ਆਪਣੇ ਕੋਲ ਏ ਹੈ ਉਹਦਾ ਜਿਹੜਾ ਕਰੈਕਟਰ ਕੋਡ ਹੋਗਾ ਆਸਕੀ ਕੋਡ ਕਿੰਨਾ ਹੋਏਗਾ 97, ਬੀ ਦਾ 98, ਸੀ ਦਾ ਆਪਣੇ ਕੋਲ 99, ਡੀ ਦਾ 100 ਐਂਡ ਸੋ ਔਨ, ਠੀਕ ਹੈ। ਸੋ ਸਿੰਬਲਸ ਕਿਹੜੇ ਹੋ ਗਏ ਲਾਈਕ ਦਿਸ, ਜਿੱਦਾਂ ਕਿ ਲਿਖਿਆ ਹੋਇਆ ਡੈਸ਼ ਈ ਐਮ ਡੈਸ਼, ਦੈਨ ਹਾਈਫਨ ਹੋ ਗਿਆ, ਦੈਨ ਨॉन ਬ੍ਰੇਕ ਹੋ ਗਿਆ, ਠੀਕ ਹੈ, ਦੈਨ ਆਪਸ਼ਨਲ ਹਾਈਫਨ ਹੋ ਗਿਆ, ਦੈਨ ਕਾਪੀਰਾਈਟ ਜਿਹਨੂੰ ਕਹਿੰਦੇ ਆਪਾਂ ਸੀ ਜਾਂ ਰਜਿਸਟਰਡ ਹੋ ਗਿਆ, ठीक है, देन अपने कोल के सिंगल कोट्स हो गया, डबल कोट्स हो गए, दीज आर द स्पैशल करैक्टर्स, ठीक है। इन्हां दा भी की हुंदा पर्टिकुलर एक आस्की कोड्स हुंदा है, क्योंकि जो भी डाटा अपने कोल है वो चाहे जिहड़ा मर्जी सिंबल कीबोर्ड के उपर नज़र आ रहा है या नहीं आ रहा है, सारे वो आस्की कोड बाइनरी फॉर्म विच कन्वर्टेड उन्हां सारिਆਂ ਦਾ यूनिक आस्की कोड होएगा। सो दैट्स वाई लिखा हुआ है आस्की कोड कैन बी यूज टू इनकोड बोथ लोअर एंड अपर केस करैक्टर्स अल्फाबेट्स लाइक दिस। टोटल 52 सिंबल्स बन गए। स्पेशल सिंबल्स लाइक दिस, these are all as special characters or symbols in addition to a numeric digit that is a 1 2 3 and so on। हर एक दा करैक्टर कोड की होएगा डिफरेंट होएगा। नेक्स्ट कह रहा है इट इज यूज फॉर प्रिंटर एंड टर्मिनल दैट इंटरफेस विद द स्मॉल कंप्यूटर। दैट मीनस की होएगा जिहड़ा प्रिंटर लग्या होया या तेरा मोनीटर लग्या या डिवाइस लग्या होया उन्हां दे विच जिहड़ा डाटा का ट्रांसफर हो रहा है स्मॉल कंप्यूटर या डेस्कटॉप कंप्यूटर है या लैपटॉप कंप्यूटर है ਉਹਦੇ ਵਿੱਚ ਜਿਹੜਾ ਕੋਡ ਹੈ ਯੂਜ਼ ਕੀਤਾ ਜਾਂਦਾ ਹੈ। ਸੋ ਲਿਖਿਆ ਹੋਇਆ ਇਟ ਇਜ਼ ਯੂਜ਼ ਮੀਨਸ ਆਸਕੀ ਕੋਡ ਇਜ਼ ਯੂਜ਼ ਫॉर ਪ੍ਰਿੰਟਰਸ ਐਂਡ ਟਰਮੀਨਲਸ ਦੈਟ ਇੰਟਰਫੇਸ ਵਿਦ ਦਾ ਸਮਾਲ ਕੰਪਿਊਟਰ। ਸਮਾਲ ਕੰਪਿਊਟਰ ਮੀਨਸ ਕਿ ਛੋਟੇ ਜਿਹੜੇ ਕੰਪਿਊਟਰ ਡੈਸਕਟਾਪ ਹੈ ਉਹਨਾਂ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਹੋ ਰਹੀ ਹੈ ਉਹਦੇ ਵਿੱਚ ਜਿਹੜਾ ਕੋਡ ਯੂਜ਼ ਕੀਤਾ ਜਾ ਰਿਹਾ ਉਹ ਆਸਕੀ ਕੋਡ ਯੂਜ਼ ਕੀਤਾ ਜਾ ਰਿਹਾ। ਐਂਡ ਦੈਨ ASCII use hexadecimal as its 4 to 1 shortcut notation for memory dump। memory dump ਦਾ ਮਤਲਬ ਕੀ ਹੈ ਇੱਥੇ ਆਪਣੇ ਕੋਲ memory dump is a in which the contents of memory are displayed and stored in case of application or system crash। ਇਹਦਾ ਮਤਲਬ ਇਹ ਹੈ ਕਿ ਅਗਰ ਮੇਰੇ ਕੋਲ ਪਰਟੀਕੂਲਰ ਮੈਮਰੀ ਸਪੇਸ ਦੇ ਉੱਪਰ ਅਗਰ ਕੋਈ ਡਾਟਾ ਕਰਪਟ ਹੋ ਜਾਂਦਾ ਹੈ ਤਾਂ ਉਹਦੀ ਜਿਹੜੀ ਇਨਫੋਰਮੇਸ਼ਨ ਹੈ ਵੀ ਮੇਰੇ ਕੋਲ ਕਿਹੜੀ ਮੈਮਰੀ ਦੇ ਉੱਪਰ ਡਾਟਾ ਕਰਪਟ ਹੋਇਆ ਹੈ ਉਹ ਜਿਹੜਾ ਕੋਡ ਉੱਥੇ ਆਪਾਂ ਯੂਜ਼ ਕਰਦੇ ਹਾਂ ਉਸ ਐਡਰੈਸ ਜਿਹੜਾ ਮੈਮਰੀ ਦਾ ਹੋਏਗਾ ਆਸਕੀ ਕੋਡ ਦੇ ਵਿੱਚ ਹੋਏਗਾ ਬਟ ਉਹ ਇਨ ਹੈਕਸਾਡੈਸੀਮਲ ਫਾਰਮ ਹੋਏਗਾ।
ਆਪਾਂ ਨੂੰ ਪਤਾ ਹੈ ਕਿ ਅਗਰ ਸਿੱਧਾ ਆਪਾਂ ਬਾਈਨਰੀ ਕੋਡ ਲੈਂਦੇ ਆ ਤੇ ਕਾਫੀ ਲੰਬਾ ਹੋ ਜਾਂਦਾ ਹੈ। ਤੇ ਦੈਨ ਜਿਹੜਾ ਹੈਕਸਾਡੈਸੀਮਲ ਲਵਾਂਗੇ ਉਹਦੇ ਵਿੱਚ ਕੀ ਕਰਦਾ ਹੈ, ਇੱਕ ਕਰੈਕਟਰ ਨੂੰ ਕੀ ਕਰਦਾ ਹੈ, ਜਾਣੀ ਕਿ ਸੌਰੀ 4 ਬਿਟ ਨੂੰ ਕੀ ਹੈ, ਇੱਕ ਕਰੈਕਟਰ ਵਿੱਚ ਕਨਵਰਟ ਕਰ ਦਿੰਦਾ ਹੈ। ਉਹ ਕੀ ਹੋਏਗਾ, ਸ਼ਾਰਟਕਟ ਨੋਟੇਸ਼ਨ ਹੋ ਜਾਏਗੀ। ਸੋ ਮੈਮਰੀ ਡੰਪ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਡੰਪ, ਠੀਕ ਹੈ, ਇਸ ਦਾ ਪ੍ਰੋਸੈਸ ਹੋਏਗਾ in which contents of memory are displayed and stored in case of application or system crash। ठीक है, जो कोई सिस्टम खराब हो जाता है ਜਾਂ ਐਪਲੀਕੇਸ਼ਨ ਕਰਪਟ ਹੋ ਜਾਂਦੀ ਜਾਂ ਕਰੈਸ਼ ਹੋ ਜਾਂਦੀ ਹੈ ਤੇ ਉਹਦੀ ਜਿਹੜੀ ਇਨਫੋਰਮੇਸ਼ਨ ਹੈ ਮੈਮਰੀ ਦੀ, ਉਹ ਆਪਣੇ ਕੋਲ ਕਿਹੜੀ ਹੋਗੀ, ਆਸਕੀ ਕੋਡ ਵਿੱਚ ਰਿਪਰੈਜ਼ੈਂਟ ਕਰੇਗੀ। ਔਰ ਆਸਕੀ ਕੋਡ ਕੀ ਹੈ, ਹੈਕਸਾਡੈਸੀਮਲ ਫਾਰਮ ਯੂਜ਼ ਕਰੇਗਾ। ਡੈਟ ਮੀਨਸ ਬੇਸਿਕਲੀ ਡਾਟਾ ਬਾਈਨਰੀ ਫਾਰਮ ਦੇ ਵਿੱਚ ਹੋਏਗਾ ਐਡਰੈਸ, ਲੇਕਿਨ ਉਹ ਹੈਕਸਾਡੈਸੀਮਲ ਵਿੱਚ ਕਨਵਰਟ ਕਰ ਦੇਗਾ ਔਰ ਸਕਰੀਨ ਦੇ ਉੱਪਰ ਡਿਸਪਲੇ ਹੋ ਜਾਏਗਾ ਇਨ ਹੈਕਸਾਡੈਸੀਮਲ ਫਾਰਮ। क्लियर। सो दिस इज आस्की कोड है, पहली कहते अमेरिकन स्टैंडर्ड कोड है, 7 बिट कोड है। ठीक है, इंटरनली माइक्रो प्रोसैसर जो है कम्युनिकेशन वास्ते कोड यूज़ करता है। इस चौथा अपने कोल की है सारे करैक्टर अपर लोअर केस 1 टू स्पेशल नंबर्स ਨੂੰ ਆਪਾਂ ਇਨਕੋਡ ਕਰਨ ਵਾਸਤੇ ਆਸਕੀ ਕੋਡ ਯੂਜ਼ ਕੀਤਾ ਜਾਂਦਾ ਹੈ। ਦੈਨ ਪ੍ਰਿੰਟਰ ਔਰ ਟਰਮੀਨਲ ਦੇ ਵਿੱਚ ਜਿਹੜਾ ਡਾਟਾ ਟ੍ਰਾਂਸਫਰ ਹੋ ਰਿਹਾ ਵਿਦ ਦਾ ਸਮਾਲ ਕੰਪਿਊਟਰ, ਉਹਦੇ ਵੀ ਆਸਕੀ ਕੋਡ ਯੂਜ਼ ਕੀਤਾ ਜਾਂਦਾ ਹੈ। ਅਗਰ ਮੈਮਰੀ ਦੇ ਕੰਟੈਂਟ ਆਪਾਂ ਡਿਸਪਲੇ ਕਰਨੇ ਹੈ ਜਿਹੜੇ ਕਿ ਵਿੱਚ ਕੋਈ ਆਪਣੇ ਕੋਲ ਐਰਰ ਆ ਰਿਹਾ ਹੈ तो वो भी अपने को आस्की कोड ਦੇ ਵਿੱਚ ਹੋਏਗਾ, बट इन ਹੈਕਸਾਡੈਸੀਮਲ फॉर्म होएगा। क्लियर। नैक्सट अपने को टाइप्स आस्की बेसिकली दो तरीके का है। वन इज आ आस्की 7 एंड सैकेंड इज आ आस्की 8। आस्की 7 का मतलब होंगे कि इट इज़ अ 7 बिट कोड डैट अलाउज 128 डिफरेंट करैक्टर। अगर आप आस्की 7 कोड यूज़ करते हैं, ये सिर्फ 128 करैक्टर जोड़े है उन्होंने ही इनकोड कर सकता है। ये यही अलाउ करते, इस तो ज़्यादा नहीं होंगे। जिदा कि 52 का अपने को अल्फाबेट्स ही हो गए, दैन अपने को 1 2 3 हो गया, दैन कुछ सिंबल्स हो गए। ठीक है, सो ਵੱਧ ਤੋਂ ਵੱਧ 128 डिफरेंट सिंबल ਨੂੰ ही ये सपोर्ट करता है, इस तो ज़्यादा सपोर्ट नहीं करता। ठीक है, अगर मैं टेबल बनाया हुआ है ध्यान दे नाल देखो, ये आस्की कोड का टेबल है। ਉੱਪਰ ਮੇਰੇ ਕੋਲ 3 ਬਿट्स, ਇਹਨੂੰ ਕੀ ਕਹਿੰਦੇ ਆਪਾਂ, ਜ਼ੋਨ ਬਿट्स ਕਹਿੰਦੇ ਆ। द फर्स्ट 3 ਬਿट्स ਆਰ ਯੂਜ਼ਡ ਐਜ਼ ਅ ਜ਼ੋਨ ਬਿट्स। ਸੋ ਜਿਹੜੀਆਂ ਆਪਣੇ ਕੋਲ ਫਸਟ 3 ਬਿट्स ਹੋਣਗੀਆਂ MSB ਬਿट्स ਕਹਿੰਦੇ, ਇਹਨੂੰ ਆਪਾਂ ਜ਼ੋਨ ਬਿट्स ਕਹਿੰਦੇ ਆ। ਐਂਡ ਲਾਸਟ 4 ਬਿਟ ਇੰਡੀਕੇਟ ਦਾ ਡਿਜਿਟ, ਜਿਹੜੀਆਂ ਇਹ ਲਾਸਟ ਹੋਣਗੀਆਂ ਇਹ ਡਿਜਿਟ ਨੂੰ ਕੀ ਕਰਨਗੀਆਂ, ਰਿਪਰੈਜ਼ੈਂਟ ਕਰਨਗੀਆਂ। ਫੋਰ ਐਗਜ਼ਾਮਪਲ ਕਿਸ ਤਰੀਕੇ ਨਾਲ, ਮੰਨ ਲਓ ਆਪਣੇ ਕੋਲ ਇਹ ਕੋਡ ਹੈ, ਪਹਿਲਾਂ ਯੂਜ਼ ਕਰਾਂਗੇ MSB ਦੈਟ ਇਜ਼ 100, ਦੈਨ ਉਸ ਤੋਂ ਬਾਅਦ ਯੂਜ਼ ਕੀਤਾ ਆਪਾਂ 001, ਕਿਉਂਕਿ MSB ਪਹਿਲਾਂ ਆਏਗੀ, ਉਸ ਤੋਂ ਬਾਅਦ ਆਪਣੇ ਕੋਲ LSB ਆਣਗੀ। ਸੋ ਇਹਦਾ ਕੀ ਕਰੈਕਟਰ ਕੀ ਬਣੇਗਾ, ਆਪਣੇ ਕੋਲ A ਬਣੇਗਾ। ਸੋ A ਦਾ ਜਿਹੜਾ ਆਪਣੇ ਕੋਲ ਆਸਕੀ ਕੋਡ ਕੀ ਬਣ ਗਿਆ, 100 ਦੈਟ ਇਜ਼ 100, ਦੈਨ ਅਗੇਨ 0001। ਠੀਕ ਹੈ, ਉਹਦਾ ਕੀ ਹੋ ਗਿਆ ਆਪਣੇ ਕੋਲ। ਇੱਦਾਂ ਹੀ ਅਗਰ B ਦਾ ਕਰਨਾ ਹੈ ਤਾਂ ਕੀ ਹੋਏਗਾ, 100 ਤੇ ਦੈਨ ਆਪਣੇ ਕੋਲ 0010। ਇੱਦਾਂ ਅਗਰ ਸਮਾਲ ਲੈਟਰ ਦੀ ਗੱਲ ਕਰੀਏ, ਸਮਾਲ A ਦੇਖੋ ਕਿੱਥੇ ਪਿਆ, ਇੱਥੇ। ठीक है, और वैल्यू अपने को कितनी है, सॉरी 110, सो 110 दैन 0001। सो की होगा अपने को टोटल कितने बिट्स है, 1 2 3 4 5 6 ते 7 अपने को है। सिमिलरली 1 2 3 4 5 6 7। सो आस्की जो 7 है ये 7 बिट कोड होएगा। बस ये ध्यान रखना कि ये सपोर्ट करता है या अलाउ करता है सिर्फ 128 करैक्टर ही सपोर्ट करता है, इस तो ज़्यादा सपोर्ट ये नहीं करता। पहलियां 3 बिट जोन बिट्स होणगियां, लास्ट जिहड़ियां 4 बिट्स होणगियां वो की करनगियां, इंडीकेट करनगियां डिजिट नूं। अगर आप टेबल की गल करिए, इत्थे ये मेरे को टेबल है आस्की 7 का। ठीक है, जो आप करैक्टर कोड की गल कर रहे थे पिछली एग्जाम्पल के, दैट इज़ ए डेसीमल नंबर है, ये ऑक्टल फॉर्म के है, हैक्साडेसीमल है, ये बाइनरी। क्लीयर। हुण देखो मान लो मैं तुहानूं कहा सी हैक्साडेसीमल जिहड़ा कोड है अपने कोल, अगर ध्यान नाल देखो इन प्रीवियस एग्जाम्पल, हेक्साडेसिमल यूज आस्की यूज हेक्साडेसिमल एज इट्स 4 to 1 शॉर्टकट नोटेशन। ठीक है, 4 नूं की है एक दे विच की करते हैं, कन्वर्ट कर दिंदा है। लाइक किस तरीके नाल, अगर आप टेबल की गल करिए लाइक दिस, इन दिस केस देखो डेसिमल नंबर मेरे को मान लो दिस वन है 002। क्लीयर, और ਉਹਦਾ ਬਾਈਨਰੀ ਕੀ ਬਣ ਜਾਏਗਾ 000000। ਮੰਨ ਲਓ ਕਿ ਮੈਮਰੀ ਵਿੱਚ ਇਹ ਐਡਰੈਸ ਤੇ ਐਰਰ ਆ ਰਿਹਾ ਤੇ ਦੈਨ ਜਿਹੜਾ ਆਪਣੇ ਕੋਲ ਸਿਸਟਮ ਹੋਏਗਾ, ਅਗਰ ਆਸਕੀ ਕੋਡ ਯੂਜ਼ ਕਰਦਾ ਤੇ ਉਹ ਆਪਣੇ ਕੋਲ ਇਹ ਵਾਲਾ ਕੰਟੈਂਟ ਡਿਸਪਲੇ ਨਹੀਂ ਕਰੇਗਾ, ਉਹ ਹੈਕਸਾਡੈਸੀਮਲ ਦੀ ਫਾਰਮ ਵਿੱਚ ਡਿਸਪਲੇ ਕਰੇਗਾ। ਤੇ ਉਹ ਹੈਕਸਾਡੈਸੀਮਲ ਦੇ ਵਿੱਚ ਕਿੰਨਾ ਹੋ ਗਿਆ, 0400 ਹੋ ਗਿਆ, ਦੈਨ 001 ਦਾ ਕੀ ਹੋ ਗਿਆ 2, ਸ਼ਾਰਟਕਟ ਨੋਟੇਸ਼ਨ ਹੋ ਗਈ। ਠੀਕ ਹੈ, ਸੋ ਇਸ ਤਰੀਕੇ ਨਾਲ ਜਿਹੜਾ ਆਸਕੀ ਕੋਡ ਹੈਕਸਾਡੈਸੀਮਲ ਚ ਕੀ ਹੋ ਜਾਂਦਾ, ਉਹ ਰਿਪਰੈਜ਼ੈਂਟ ਹੋ ਜਾਂਦਾ ਹੈ। ਇਹ ਮੇਰੇ ਕੋਲ ਲੱਗ। अगर नल, अगर अपने को 0 वैल्यू है, ਉਹਦਾ ਬਾਈਨਰੀ ਕੋਡ ਕੀ ਹੋਏਗਾ ਆਪਣੇ ਕੋਲ, ऑल आर 0, ਇਹਨੂੰ ਕਹਿੰਦੇ ਆਪਾਂ ਨਲ ਕਰੈਕਟਰ। ठीक है, देन अगर अपने को डेसीमल नंबर 1 है, ठीक है, देन ਉਹਦਾ ऑक्टल में 001 होएगा, हेक्साडेसिमल 01 होएगा, बाइनरी में 001 होएगा, और ਉਹਦਾ वैल्यू की होगी स्टार्ट ऑफ हैड। जो भी आप कोई हैडिंग स्टार्ट करते हैं,
ਕੋਈ ਵੀ ਆਪਾਂ ਐਂਟਰ ਮਾਰਦੇ ਸੌਰੀ ਹੈਡਿੰਗ ਸਟਾਰਟ ਕਰਦੇ ਆ ਉਹਦੇ ਨਾਲ ਬਾਈਨਰੀ ਵੈਲਿਊ ਹੁੰਦੀ ਉਹ ਇਹ ਵਾਲੀ ਹੁੰਦੀ ਹੈ। ਦੈਨ ਨੈਕਸਟ ਆਪਣੇ ਕੋਲ ਹੈ ਸਟਾਰਟ ਆਫ ਟੈਕਸਟ। ਜਦੋਂ ਵੀ ਆਪਾਂ ਟਾਈਪ ਕਰਨਾ ਟੈਕਸਟ ਸਟਾਰਟ ਕਰਨਾ ਹੈ ਉੱਥੇ ਜਿਹੜਾ ਉਹਦਾ ਕੋਡ ਹੋਏਗਾ 002 ਬਾਈਨਰੀ ਵਿੱਚ ਹੋਏਗਾ ਔਰ ਆਸਕੀ ਵਿੱਚ ਆਪਣੇ ਕੋਲ ਇਹ ਵੈਲਿਊ ਹੋਏਗੀ, ਹੈਕਸਾਡੈਸੀਮਲ ਚ ਆ ਫਾਰਮ ਹੋਏਗੀ। ਸਿਮਿਲਰਲੀ ਤੁਸੀਂ ਦੇਖਿਆ ਹੋਣਾ ਤੁਹਾਡੇ ਕੰਪਿਊਟਰ ਤੇ ਬੈਲ ਵੀ ਆਉਂਦੀ ਹੈ, ਠੀਕ ਹੈ, ਕਈ ਵੇਲੇ ਕੋਈ ਕੀਬੋਰਡ ਤੇ ਪ੍ਰੈਸ ਕਰਦੇ ਬੈਲ ਆਉਂਦੀ, ਉਹਦਾ ਜਿਹੜਾ ਆਸਕੀ ਕੋਡ ਹੈ ਕਿੰਨਾ ਮੇਰੇ ਕੋਲ ਡੈਸੀਮਲ ਨੰਬਰ ਕੀ ਹੋਏਗਾ 007। ਯੂ ਕੈਨ ਸੇ ਆਸਕੀ ਕੋਡ ਕਿੰਨਾ ਬਣ ਗਿਆ 007 ਔਰ ਬਾਈਨਰੀ ਫਾਰਮ ਕੀ ਬਣ ਗਈ ਉਹਦੀ 000010। ਸੋ ਐਵਰੀਥਿੰਗ ਜੋ ਵੀ ਤੁਹਾਨੂੰ ਕੀਬੋਰਡ ਦੇ ਉੱਪਰ ਨਜ਼ਰ ਆ ਰਿਹਾ ਹੈ, ਕੋਈ ਵੀ ਸੁਣਾਈ ਦੇ ਰਿਹਾ ਹੈ, ਉਹਦਾ ਕੀ ਕੋਈ ਨਾ ਕੋਈ ਪਰਟੀਕੂਲਰ ਆਸਕੀ ਕੋਡ ਹੋਏਗਾ, ਠੀਕ ਹੈ। ਇਸੇ ਤਰੀਕੇ ਨਾਲ ਬੈਕ ਸਪੇਸ ਹੈ, ਬੈਕ ਸਪੇਸ ਆਸਕੀ ਨੰਬਰ ਕਿੰਨਾ ਮੇਰੇ ਕੋਲ 8, ਠੀਕ ਹੈ, ਉਹਦਾ ਬਾਈਨਰੀ ਨੰਬਰ ਇਹ ਬਣ ਗਿਆ, ਹੈਕਸਾਡੈਸੀਮਲ ਇਹ ਬਣ ਗਿਆ ਹੈ। ਕਲੀਅਰ। ਸਿਮਿਲਰਲੀ ਇਸੇ ਤਰੀਕੇ ਨਾਲ ਥੀਸ ਆਲ ਆਰ ਸਿੰਬਲਸ, ਸ਼ਿਫਟ ਆਊਟ ਫਾਰਮ ਫੀਡਸ ਵਰਟੀਕਲ ਟੈਬ, ਜਿਹੜੇ ਆਪਾਂ ਟੈਬ ਯੂਜ਼ ਕਰਦੇ ਹਾਂ, ਠੀਕ ਹੈ, ਜਿੰਨੇ ਵੀ ਆਪਣੇ ਕੋਲ ਸਿੰਬਲਸ ਹੈ ਸਾਰਿਆਂ ਦਾ ਕੀ ਆਸਕੀ ਕੋਡ ਹੋਏਗਾ। ਜਦੋਂ ਹੁਣ ਆਪਾਂ ਦੇ ਲਈਏ ਪੰਚੁਏਸ਼ਨ ਮਾਰਕ ਹੈ, ਐਕਸਕਲੇਮੇਸ਼ਨ ਮਾਰਕਸ ਕਹਿੰਦੇ ਆ, ਉਹਦਾ ਆਸਕੀ ਕੋਡ ਮੇਰੇ ਕੋਲ 33 ਹੈ, ਠੀਕ ਹੈ। ਡਬਲ ਕੋਟਸ ਹੈ ਉਹਦਾ ਮੇਰੇ ਕੋਲ ਕੀ ਹੈ 34 ਹੈ। ਸੋ ਇਹ ਜਿਹੜਾ ਕੋਡ ਹੈ ਇਹ ਸਾਰੇ ਯੂਨੀਵਰਸਲੀ ਅਸੈਪਟਡ ਹੋਏਗਾ। ਅਗਰ ਮੈਂ ਡਬਲ ਕੋਟਸ ਟਾਈਪ ਕੀਤਾ ਹੈ, ਅਗਰ ਇਹ ਡਾਟਾ ਕਿਤੇ ਹੋਰ ਸਿਸਟਮ ਹੋਰ ਕੰਟਰੀ ਵਿੱਚ ਜਾ ਰਿਹਾ ਉਹਦੇ ਵਿੱਚ ਬਾਈਨਰੀ ਫਾਰਮ ਉਹਦੀ ਆਹੀ ਰਹੇਗੀ ਔਰ ਉਹਦਾ ਆਸਕੀ ਕੋਡ 34 ਰਹੇਗਾ, ਚੇਂਜ ਨਹੀਂ ਹੋਏਗਾ। ਸਿਮਿਲਰਲੀ ਥੀਸ ਆਲ ਆਰ ਸਿੰਬਲਸ ਹੈ, ਬ੍ਰੈਕਟਸ ਹੋ ਗਈਆਂ, ਮਲਟੀਪਲਾਈ, ਪਲੱਸ ਦਾ ਕਿੰਨਾ ਆ ਗਿਆ 43, ਦੈਨ ਕੁਐਸਚਨ ਮਾਰਕ ਦਾ ਕਿੰਨਾ ਆ ਗਿਆ 44, ਇਹ ਮੇਰੇ ਕੋਲ ਸਾਰੇ 7 ਬਿਟ ਦੇ ਹੋਣਗੇ, ਠੀਕ ਹੈ, ਐਂਡ ਆਲ ਦੀ। ਸਿਮਿਲਰਲੀ ਅਗਰ ਕੈਪੀਟਲ ਦੀ ਗੱਲ ਕਰੀਏ ਉਹਦਾ ਆਸਕੀ ਕੋਡ ਕਿੰਨਾ ਹੁੰਦਾ ਹੈ 65 ਕੈਪੀਟਲ ਏ। ਦੈਨ ਸੀਕੁਐਂਸ ਵਾਈਜ਼ ਚੱਲਦੇ ਜਾਓ, ਬੀ ਦਾ 66, ਸੀ ਦਾ 67 ਐਂਡ ਸੋ ਔਨ। ਮੈਕਸਿਮਮ ਕਿੰਨੇ ਕਰੈਕਟਰ ਸਪੋਰਟ ਕਰਦਾ ਹੈ ਆਪਣੇ ਕੋਲ, ਇਹ ਸਾਰੇ ਕਰੈਕਟਰਸ ਹੀ ਹੈ। 1 to 0 ਲੈ ਕੇ 127, ਤੋਂ ਟੋਟਲ ਕਿੰਨੇ ਬਣ ਗਏ 128 ਹੋ ਗਏ। ਲਾਸਟ ਮੇਰੇ ਕੋਲ ਕੀ ਡਿਲੀਟ, ਜੋ ਤੁਸੀਂ ਡਿਲੀਟ ਪ੍ਰੈਸ ਕਰਦੇ ਹੋ ਉਹਦਾ ਆਸਕੀ ਕਿੰਨਾ ਹੁੰਦਾ ਹੈ 127 ਕੋਡ ਹੁੰਦਾ ਹੈ। ਕਲੀਅਰ ਹੋ ਗਿਆ। ਸੋ ਦਿਸ ਇਜ਼ ਆਲ ਅਬਾਊਟ ਆ ਆਸਕੀ ਕੋਡ ਹੈ 7 ਬਿਟ ਕੋਡ ਹੈ। ਹੁਣ ਦੇਖੋ ਸਮਾਲ ਏ ਹੈ ਉਹਦਾ 97 ਹੈ, ਸਮਾਲ ਬੀ ਹੈ ਉਹਦਾ 98 ਹੈ। ਜਦੋਂ ਵੀ ਪ੍ਰੈਸ ਕਰਾਂਗੇ ਆਲ ਓਵਰ ਦਾ ਵਰਲਡ ਇਹ ਯੂਨੀਕ ਹੋਏਗਾ। ਸਮਾਲ ਏ ਅਗਰ ਇੰਡੀਆ 'ਚ ਆਪਾਂ 97 ਯੂਜ਼ ਕरें ਆਸਕੀ ਕੋਡ, ਤਾਂ ਅਮਰੀਕਾ ਔਰ ਜਾਪਾਨ ਦੇ ਵਿੱਚ ਵੀ ਕੀ ਹੋਏਗਾ 97 ਹੀ ਹੋਏਗਾ। ਕਲੀਅਰ। ਸਿਮਿਲਰਲੀ ਜਿਹੜਾ ਆਸਕੀ 8 ਹੈ ਉਹ ਸੇਮ ਹੈ ਬਟ ਇਹ ਐਕਸਟੈਂਡਿਡ ਵਰਜਨ ਆਫ ਆਸਕੀ 7 ਹੈ। ਉਹ ਆਪਣੇ ਕੋਲ 7 ਬਿਟ ਸੀਗਾ, ਇਹ ਆਪਣੇ ਕੋਲ ਕੀ ਹੋ ਗਿਆ 8 ਬਿਟ ਕੋਡ ਹੋਏਗਾ। ਬਟ ਇਹਦੇ ਵਿੱਚ ਜਿਹੜੇ ਕਰੈਕਟਰ ਅਲੋਕ ਕਰਨਗੇ 256 ਕਰਨਗੇ, ਕਿਸੇ 2 ਦੀ ਪਾਵਰ 8, ਇੱਥੇ 2 ਦੀ ਪਾਵਰ 7 ਸੀ 128 ਸੀਗੇ, ਬਟ ਇਹਦੇ ਵਿੱਚ ਜਿਹੜੇ ਕਰੈਕਟਰ ਸਪੋਰਟ ਕਰੇਗਾ ਉਹ 2 ਦੀ ਪਾਵਰ 8, ਇਹਦੇ ਨਾਲੋਂ ਕੁਝ ਜ਼ਿਆਦਾ। ਇਹ ਜੋ ਆਸਕੀ 7 ਸਪੋਰਟ ਕਰਦਾ ਉਹ ਤਾਂ ਕਰੇਗਾ ਪਲੱਸ ਐਡੀਸ਼ਨਲ ਜਿਹੜੇ ਸਿੰਬਲ ਹੈ ਉਹ ਆਸਕੀ 8 ਕੀ ਆ ਉਹ ਡਿਸਪਲੇ ਕਰੇਗਾ ਜਾਂ ਸਪੋਰਟ ਕਰਦਾ ਹੈ, ਠੀਕ ਹੈ। ਦਾ ਐਡੀਸ਼ਨਲ ਬਿਟ ਇਜ਼ ਐਡਿਡ ਟੂ ਦਾ ਜ਼ੋਨ ਬਿਟ, ਜਿਹੜੀ ਐਕਸਟਰਾ ਬਿਟ ਹੋਈ ਆ 4 ਜ਼ੋਨ ਬਿਟ ਹੋ ਜਾਣਗੀਆਂ, 4 ਤੜੀਆਂ ਇਹ ਡਿਜਿਟ ਬਿਟਸ ਹੋ ਜਾਣਗੀਆਂ। ਟੇਬਲ ਦੇਖੀਏ ਤਾਂ ਆਪਣੇ ਕੋਲ ਹੁਣ 27 ਤੱਕ ਤਾਂ ਉਹ ਸੀਗੇ ਆਪਣੇ ਕੋਲ 0 ਲੈ ਕੇ 27 ਤੱਕ ਆਸਕੀ 7 ਸੀਗੇ। ਹੁਣ ਐਕਸਟੈਂਡਿਡ ਆਸਕੀ ਆਪਣੇ ਕੋਲ 128 ਤੋਂ ਸਟਾਰਟ ਹੋਏਗਾ। ਦੇਖੋ ਸਿੰਬਲ ਕਿਹੜੇ ਆ, ਦੇਖੋ ਇਹ ਵਾਲਾ ਜਿਹੜਾ ਸੀ ਹੈ ਕੈਪੀਟਲ ਸੀ ਵਿਦ ਕੈਂਡਿਲਾ, ਠੀਕ ਹੈ, ਇਹ ਆਪਣੇ ਕੋਲ ਆਸਕੀ 7 ਸਪੋਰਟ ਨਹੀਂ ਕਰਦਾ। ਇਸ ਤਰ੍ਹਾਂ ਦੇ ਸਿੰਬਲ ਵੀ ਤੁਸੀਂ ਦੇਖੇ ਹੋਣਗੇ ਜਾਂ ਜੋ ਯੂ ਆ ਰਿਹਾ ਜਾਂ ਈ ਆ ਰਿਹਾ ਜਾਂ ਏ ਦੇ ਉੱਪਰ ਕੈਪ ਆ ਰਹੀ ਹੈ, ਠੀਕ ਹੈ। ਇਸ ਤਰ੍ਹਾਂ ਦੇ ਅਲੱਗ-ਅਲੱਗ ਸਿੰਬਲਸ ਹੈਗੇ ਆ, ਹਰ ਇੱਕ ਦਾ ਆਸਕੀ ਵੈਲਿਊ ਹੋ ਰਹੀ। ਇੱਥੇ 128 ਹੈ ਦੈਟ ਇਜ਼ ਲੈਟਰ ਈ ਵਿਦ ਗਰੇਵ, ਠੀਕ ਹੈ। ਜਿੱਦਾਂ ਦੇਖੋ ਏ ਦੇ ਉੱਪਰ ਆਪਣੇ ਕੋਲ ਕੀ ਹੈ ਰਿੰਗ ਆ ਗਈ ਹੈ, ਇਹ ਵੀ ਆਪਣੇ ਕੋਲ ਇੱਕ ਸਿੰਬਲ ਹੈ, ਠੀਕ ਹੈ। ਜਿੱਦਾਂ ਇੱਥੇ AE ਲਿਖਿਆ ਹੋਇਆ ਇਹ ਵੀ ਆਪਣੇ ਕੋਲ ਸਿੰਬਲ ਹੈ। ਇਹ ਜਿਹੜਾ ਆਸਕੀ 7 ਸਪੋਰਟ ਨਹੀਂ ਕਰਦਾ ਸੀਗਾ ਆਸਕੀ 8 ਸਪੋਰਟ ਕਰਦਾ। ਇਹ 128 ਤੋਂ ਬਾਅਦ ਜਿਹੜੇ ਸਿੰਬਲ ਸਪੋਰਟ ਕਰ ਰਹੇ, ਦੇਖੋ ਅਲੱਗ-ਅਲੱਗ ਤਰ੍ਹਾਂ ਸਿੰਬਲ ਤੁਹਾਨੂੰ ਨਜ਼ਰ ਆ ਰਹੇ ਆ। ਕਲੀਅਰ। ਇਹ ਸਾਰੇ ਆਪਣੇ ਕੋਲ ਜਿਹੜੇ ਸਿੰਬਲਸ ਹੈ, ਪੁੱਠਾ ਕੁਐਸਚਨ ਮਾਰਕ ਹੋ ਗਿਆ ਜਾਂ 1/2 ਹੋ ਗਿਆ, 1/4 ਹੋ ਗਿਆ, ਠੀਕ ਹੈ। ਅਭੀ ਆਪਣੇ ਕੋਲ ਸਾਰੇ ਸਿੰਬਲਸ ਹੈਗੇ ਆ। ਇਹ ਕੌਣ ਸਪੋਰਟ ਕਰ ਰਿਹਾ ਤੁਹਾਡਾ, ਇਹ ਵੀ ਆਪਣੇ ਕੋਲ ਅਲੱਗ-ਅਲੱਗ ਸਿੰਬਲਸ ਹੈਗੇ ਆ, ਠੀਕ ਹੈ। ਕੀਬੋਰਡ ਦੇ ਉੱਪਰ ਨਜ਼ਰ ਨਹੀਂ ਆ ਰਹੇ ਲੇਕਿਨ ਆਲ ਓਵਰ ਦਾ ਵਰਲਡ ਇਹ ਸਿੰਬਲਸ ਆਪਣੇ ਕੋਲ ਚੱਲਦੇ ਆ। ਮੋਸਟ ਆਫ ਦਾ ਪ੍ਰੋਗਰਾਮਿੰਗ ਲੈਂਗੁਏਜ ਜਿਹੜੀਆਂ ਹੈ ਉਹ ਆਪਣੇ ਕੋਲ ਇਸ ਤਰ੍ਹਾਂ ਦੇ ਸਿੰਬਲ ਵੀ ਯੂਜ਼ ਕਰਦੀਆਂ ਤਾਂ ਕਿ ਡਾਟਾ ਨੂੰ ਡਿਸਪਲੇ ਕਰ ਸਕਣ। ਕਲੀਅਰ। ਥੀਸ ਆਲ ਆਰ ਆ ਸਿੰਬਲਸ। ਸੋ ਕਿੰਨੇ ਆਪਣੇ ਕੋਲ ਸਪੋਰਟ ਕਰਦਾ ਹੈ 255 ਤੱਕ ਆਪਣੇ ਕੋਲ ਕੀ ਜਾਏਗਾ, ਠੀਕ ਹੈ। ਪਲੱਸ ਮਾਈਨਸ ਆ ਰਿਹਾ ਹੈ, ਦੇਖੋ ਉਹਦਾ ਆਪਣੇ ਕੋਲ ਇਹ ਵਾਲਾ ਆਸਕੀ 8 ਹੋਏਗਾ, ਠੀਕ ਹੈ, ਅਪ ਟੂ 256 ਤੱਕ ਹੋਏਗਾ। ਕਲੀਅਰ। ਪਾਵਰ ਹੋ ਗਈ ਆਪਣੇ ਕੋਲ n ਹੋ ਗਿਆ ਜਾਂ ਅੰਡਰਸਕਾਈਨ ਹੋ ਗਿਆ, ਥੀਸ ਆਲ ਆਰ ਆ ਸਿੰਬਲਸ ਹੈਗੇ। ਉਹਦਾ ਕੀ ਹੋਏਗਾ ਹਰ ਇੱਕ ਦਾ ਆਸਕੀ ਵੈਲਿਊ ਹੋਏਗੀ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿੰਨੇ ਵੀ ਆਪਣੇ ਕੋਲ ਆਸਕੀ ਕੋਡ ਹੈ ਦੋ ਤਰੀਕੇ ਹੋਣਗੇ 7 ਔਰ 8। ਇਹ ਆਪਣੇ ਕੋਲ ਜਿਹੜਾ 7 ਹੋਏਗਾ 128 ਕਰੈਕਟਰ ਨੂੰ ਸਪੋਰਟ ਕਰੇਗਾ, ਜਿਹੜੇ ਕਿ ਆਪਾਂ ਨਜ਼ਰ ਆ ਜਾਂ ਟੇਬਲ ਸ਼ੋ ਕੀਤੇ ਸੀਗੇ। ਜਿਹੜਾ ਆਸਕੀ 8 ਹੈ ਉਹ 128 ਜਿਹੜੇ ਆਸਕੀ 7 ਅਲਾਉ ਕਰਦਾ ਪਲੱਸ ਐਡੀਸ਼ਨਲ ਜਿਹੜੇ 128 ਹੈ ਉਹਨਾਂ ਨੂੰ ਵੀ ਸਪੋਰਟ ਕਰੇਗਾ। ਹੁਣ ਹੀ ਆਪਾਂ ਐਗਜ਼ਾਮਪਲ ਵਿੱਚ ਦੇਖ ਲਿਆ ਹੈ। ਸੋ ਦਿਸ ਇਜ਼ ਨੋਨ ਐਜ਼ ਆ ਆਸਕੀ ਕੋਡ। ਕਿੱਥੇ ਯੂਜ਼ ਹੁੰਦਾ ਹੈ, ਜਿਹੜੀ ਯੂਜ਼ ਫॉर ਅ ਕਮਿਊਨੀਕੇਸ਼ਨ ਪਰਪਸ।
जो डाटा आप वन सिस्टम तो दूसरे सिस्टम सेंड करना है उत्थे ਜਿਹੜਾ ਕੋਡ ਯੂਜ਼ ਕੀਤਾ ਜਾਂਦਾ ਹੈ ASCII ਕੋਡ ਯੂਜ਼ ਕੀਤਾ ਜਾਂਦਾ ਹੈ डाटा ਆਪਣੇ ਕੋਲ ਅਲਫਾ ਨੁਮੈਰਿਕ ਕੋਡਸ ਹੋਏਗਾ ਜਿਹੜੇ ਅਲਫਾਬੈਟਸ ਵੀ ਹੋਣਗੇ ਨੰਬਰਸ ਵੀ ਹੋਣਗੇ ਐਜ਼ ਵੈਲ ਐਜ਼ ਸਿੰਬਲਸ ਵੀ ਹੋਣਗੇ ਸੋ ਹਰ ਇੱਕ ਚਾਹੇ ਅਲਫਾਬੈਟਸ ਹੈ ਚਾਹੇ ਨੁਮੈਰਿਕਸ ਹੈ ਚਾਹੇ ਸਿੰਬਲ ਹੈ ਸਾਰਿਆਂ ਦਾ ਕੀ ਹੋਏਗਾ ਇੱਕ ਯੂਨੀਕ ਬਾਈਨਰੀ ਕੋਡ ਹੋਏਗਾ ਯੂਨੀਕ ASCII ਕੋਡ ਹੋਏਗਾ ਕਲੀਅਰ ਸਟਾਰਟਿੰਗ ਆਪਣੇ ਕੋਲ ਇਹ ਚੱਲਦੇ ਸੀਗੇ ਠੀਕ ਹੈ ASCII ਕੋਡ ਸਿਮਿਲਰਲੀ ਹੁਣ ਮੰਨ ਲਓ ASCII ਕੋਡ ਹੈ A ਹੈ ਜਦੋਂ ਤੁਸੀਂ ਮੰਨ ਲਓ ਇੱਕ ਜਗ੍ਹਾ ਤੋਂ ਜੇ ਕੋਈ ਡਾਟਾ ਸੈਂਡ ਕਰਨਾ ਹੈ ਮੰਨ ਲਓ ਤੁਸੀਂ ਟਾਈਪ A ਕੀਤਾ ਇਹਨੇ ਆਪਣੇ ਟੇਬਲ 'ਚੋਂ ਦੇਖਿਆ ਕਿ ਜਿਹੜਾ A ਦਾ ASCII ਵੈਲਿਊ ਕਿੰਨੀ ਹੈ A ਦੀ ASCII ਵੈਲਿਊ ਕਿੰਨੀ ਮਿਲ ਗਈ ਉਹਨੂੰ 65 ਦੈਨ ਉੱਥੇ ਚੁੱਕ ਕੇ ਉਹਨੇ ਬਾਈਨਰੀ ਵਿੱਚ ਕਨਵਰਟ ਕਰ ਦੇਣਾ ਕਿਸ ਕਨਵਰਟ ਕਰ ਦੇਣਾ 1000001 ਕਲੀਅਰ ਇਸ ਤਰੀਕੇ ਨਾਲ ਡਾਟਾ ਕੀ ਹੁੰਦਾ ਕਨਵਰਟ ਹੁੰਦਾ ਕੀਬੋਰਡ ਜਿਹੜਾ ਹੁੰਦਾ ਉਹਦੇ ਕੋਲ ਇਹ ਬੜਾ ਸਾਰਾ ਲੌਗ ਕੰਟਰੋਲ ਅਵੇਲੇਬਲ ਹੋਏਗਾ ਲੌਗ ਟੇਬਲ ਅਵੇਲੇਬਲ ਹੋਏਗਾ A ਪ੍ਰੈਸ ਕਰੋਗੇ ਦੇਖੋਗੇ ਕਰੈਕਟਰ ਕਿਹੜਾ ਪ੍ਰੈਸ ਹੋਇਆ A और ये पहला इस ASCII कोड में कन्वर्ट होगा 65 दैन वो ASCII बाइनरी में की हो जाएगा कन्वर्ट हो जाएगा क्योंकि अपन पता है कि कंप्यूटर बाइनरी लैंग्वेज अंडरस्टैंड करता है तो अगर हेक्साडेसिमल फॉर्म देखिए और ये हेक्साडेसिमल ये होगी 4 का ग्रुप बना लो जिस 001 का 1 बन गया दैन 0010 का की बन गया 4 बन गया अगर हेक्साडेसिमल ASCII को रिप्रेजेंट करना है तो 4 की ग्रुपिंग कर दो वो हेक्साडेसिमल फॉर्म हो जाएगी अगर तुम ऑक्टल कन्वर्ट करना तो 3 की ग्रुपिंग कर दो वो ऑक्टल फॉर्म हो जाएगी क्लीयर उस तो बाद की करेगा अपने को डाटा की करेगा कीबोर्ड वो बाइनरी विच की कर देगा कन्वर्ट कर देगा उस तो बाद डाटा की करेगा उन्होंने सेंड करेगा जो अपने को दोबारा स्टेशन B को पहुंचा है तो दोबारा उन्हें चैक करना कि जोड़ा A है जो उन्होंने डाटा रिसीव होया है किहड़ा होएगा 100001 और टेबल चैक करेगा कि और अपने को अल्फाबैट फॉर्म की उन्होंने की कर देगा वो डिस्प्ले कर देगा क्लीयर हो गया हम आप एक एग्जाम्पल लेने हैं कहता कि विद एन ASCII 7 कीबोर्ड्स आप 7 बिट कीबोर्ड यूज़ कर रहे हैं ठीक है जो कीबोर्ड है क्योंकि इन्हें ही बाइनरी कन्वर्ट करना है तो जो मेरा कीबोर्ड फॉर एग्जांपल मैं कह रहा ASCII 7 है तो बाद ये 128 करैक्टर ਨੂੰ ਸਪੋਰਟ ਕਰੇਗਾ ਜੋ ਤੁਹਾਡੇ ਕੀਬੋਰਡ ਦੇ ਉੱਪਰ ਨਜ਼ਰ ਆ ਰਹੇ ਆ ਕੁਝ ਜਿਹੜੇ ਹਿਡਨ ਹੈਗੇ ਆ ਉਹ ਵੀ ਇਹਨੂੰ ਕੀ ਕਰਨਗੇ ਸਪੋਰਟ ਕਰਨਗੇ ਹੁਣ ਮੰਨ ਲਓ ਈਚ ਕੀ ਸਟ੍ਰੋਕ ਪ੍ਰੋਡਿਊਸ ਐਨ ASCII ਇਕੁਇਵਲੈਂਟ ਕਹਿੰਦਾ ਕਿ ਜਿਹੜੀ ਵੀ ਤੁਸੀਂ ਕੋਈ ਕੀ ਪ੍ਰੈਸ ਕਰਦੇ ਹੋ ਉਹਦਾ ASCII ਇਕੁਇਵਲੈਂਟ ਵਿੱਚ ਕੀ ਹੋ ਜਾਂਦਾ ਕਨਵਰਟ ਹੋ ਜਾਂਦਾ ऑफ द डेजिग्नेटेड करैक्टर जो भी तुम करैक्टर प्रेस करते हो सपोज दैट यू टाइप प्रिंट एक्स तुम टाइप किया है प्रिंट एक्स तो कहता कि ये ASCII 7 बिट जी है वो आउटपुट की आएगी दैट मीनस कि बाइनरी फॉर्म ASCII की आएगी सो किस तरीके अगर आप टेबल पर आना देखिए सो की कहता है द सीक्वेंस एज फॉलोज ये जी प्रिंट एक्स लिखा हुआ है ये बाइनरी में कि कन्वर्ट होएगा दैट इज ASCII 7 इक्वलेंट ऑफ P पहला P का देख लो ठीक है इरा ऊपर पहला मोस्ट सिग्निफिकेंट बिट है दैट इज 1010 दैट इज की आ गया 101 दैन अपने को दिस वन बिट्स आ गई हैं उस तो बाद अपने को की आ गया वाला 0000 सो P का की बन गया 100000 सो P इस तरीके ना कन्वर्ट हो जाएगा नैक्सट मेरे को की है R ठीक है R का देख लो की अपने को 101 दैट इज 101 दैन दिस 101 दैन अपने को की आ गया 0010 क्लीयर इस तरीके अपने को I है और I का भी इस तरीके की कन्वर्ट करेगा N भी कन्वर्ट करेगा T भी ईवन की स्पेस जी आप स्पेस यूज़ कर रहे हैं वह भी की होएगा एक 7 बिट ASCII कोड होएगा उस तो बाद अपने को की है X की है यूज़ हो रहा है सो इस तरीके ਤੁਹਾਡਾ ਜਿਹੜਾ ਸਿਸਟਮ ਹੈਗਾ ਹੈ ਉਹ ਕੀਬੋਰਡ ਜਿਹੜਾ ਹੈ ਉਹ ਜੋ ਵੀ ਤੁਸੀਂ ਟਾਈਪ ਕਰਦੇ ਹੋ ਉਹ ASCII ਕੋਡ ਦੇ ਵਿੱਚ ਕੀ ਕਰ ਦਿੰਦਾ ਹੈ ਕਨਵਰਟ ਕਰ ਦਿੰਦਾ ਹੈ ਅਗਰ ਆਪਾਂ 7 ਬਿਟ ਦਾ ਲੈ ਰਹੇ ਉਹ ਟੇਬਲ ਸਾਰਾ ਆਪਣੇ ਕੋਲ ਕੀਬੋਰਡ ਕੋਲ ਅਵੇਲੇਬਲ ਹੋਏਗਾ आई होप कि चंदन क्लीयर हो गया होगा कि इस तरीके ਤੁਹਾਡਾ ਜਿਹੜਾ ASCII ਕੋਡ ਹੈ ਜੋ ਅਲਫਾ ਨੁਮੈਰਿਕ ਕੋਡਸ ਹੈ ASCII ਕੋਡ ਵਿੱਚ ਕਿੱਦਾਂ ਕਨਵਰਟ ਹੁੰਦਾ ਹੈ ਕਲੀਅਰ ਇਹਦੇ ਵਿੱਚ ਆਪਣੇ ਕੋਲ ਸਿੰਬਲਸ ਵੀ ਹੁੰਦੇ ਆ ਕਰੈਕਟਰਸ ਵੀ ਹੁੰਦੇ ਆ ਐਜ਼ ਵੈਲ ਐਜ਼ ਨੁਮੈਰਿਕ फॉर्म भी अवेलेबल होगी या स्पेशल सिंबल्स या मैथमेटिकल सिंबल्स भी अवेलेबल होंगे क्लीयर सो विद इन ASCII 7 कीबोर्ड ਇਹਦਾ मतलब कि ਜਿਹੜਾ ਮੇਰਾ ਕੀਬੋਰਡ ਹੈ ASCII 7 ਨੂੰ ਸਪੋਰਟ ਕਰਦਾ ਹੈ ਡੈਟ ਮੀਨਸ ਵੱਧ ਤੋਂ ਵੱਧ 128 ਕਰੈਕਟਰ ਹੈ ਉਹਨੂੰ ਹੀ ਸਪੋਰਟ ਕਰੇਗਾ ਇਸ ਤੋਂ ਜ਼ਿਆਦਾ ਸਪੋਰਟ ਨਹੀਂ ਕਰੇਗਾ ਕੀ ਹੋਏਗਾ ਕਿ ਅਗਰ ਮੈਂ ਕੋਈ ਇਦਾਂ ਦਾ ਕਰੈਕਟਰ ਯੂਜ਼ ਕਰਾਂ ਕਿ ਜਿਹੜਾ ਇਹ ASCII 7 ਦੇ ਵਿੱਚ ਨਹੀਂ ਹੈ ਤੇ ਦੈਨ ਉਹ ਕੋਈ ਵੀ ਰਿਜ਼ਲਟ ਪ੍ਰੋਡਿਊਸ नहीं करेगा ठीक है अपन लगेगा सिस्टम खराब नहीं है दैट मीनस वो जो कीबोर्ड है जो सिस्टम है उस सिंबल को सपोर्ट ही नहीं करता सो दिस इज़ ऑल अबाउट अ ASCII कोड नैक्सट आप डिस्कस करेंगे EBCDI इन द नेक्स्ट सैशन टिल दैन थैंक यू